ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਜਦੋਂ ਕਲਾਈਮੇਟ ਐਕਟਿਵਿਸਟ ਅੰਜਲੀ ਅਪਾਦੁਰਾਏ ਨੇ BCNDP ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਤਾਂ ਡੇਵਿਡ ਈਵੀ ਨੇ ਉਹਨਾਂ ਦਾ ਸਵਾਗਤ ਕੀਤਾ ਸੀ। ਉਹ ਕਹਿੰਦੇ ਸੀ ਕਿ ਮੈਂ ਬਹੁਤ ਖੁਸ਼ ਹਾਂ ਕਿ ਕੋਈ ਕੈਂਡੀਡੇਟ ਮੈਦਾਨ ਦੇ ਵਿੱਚ ਆਇਆ। ਨਹੀਂ ਤਾਂ ਰਾਜਾ ਮਹਾਰਾਜਾ ਦੇ ਤਾਂ ਹੁੰਦੀ ਸੀ ਕਿ ਰਾਜਾ ਆ ਉਹਦਾ ਜਿਹੜਾ ਬੱਚਾ ਆ ਜਾਂ ਜਿਹੜਾ ਵੀ ਉੱਤਰਾਧਿਕਾਰੀ ਉਹਨੇ ਚੁਣ ਲਿਆ ਉਹਦੇ ਬਸ ਮੱਥੇ ਤੇ ਤਿਲਕ ਲਾਉਂਦੇ। ਡੈਮੋਕ੍ਰੇਸੀ ਚੀਜ਼ ਇਹ ਆ ਕਿ ਕਈ ਵਾਰ ਕਹਿੰਦੇ ਖਾਉਂਦੇ ਜਿਹੜੇ ਕੈਂਡੀਡੇਟਸ ਆ ਲੋਕਾਂ ਨੇ ਦੇਖਿਆ ਥੋੜ੍ਹਾ ਉੱਥੇ 92 ਬੰਦੇ ਜਿਤਾ ਹੁਣ ਯੂਕੇ ਦੇ ਵਿੱਚ ਇਹ ਟ੍ਰਾਇਲ ਚੱਲ ਰਿਹਾ ਹੈਗਾ 4-day ਵਰਕ ਵੀਕ ਨੂੰ ਲੈ ਕੇ। ਕਿ ਜੇ ਅਸੀਂ 100 ਦੀ ਬਜਾਏ 80 ਕੰਮ ਕਰੀਏ ਮਤਲਬ 5 ਦਿਨਾਂ ਦੀ ਬਜਾਏ 4 ਦਿਨ ਕੰਮ ਕਰੀਏ ਤਾਂ ਹੁਣ ਤੱਕ ਦਾ ਜਿਹੜਾ ਤਜਰਬਾ ਉਹਨਾਂ ਦਾ ਸਾਰੀਆਂ ਕੰਪਨੀਆਂ ਨੇ ਵੀ ਇਹ ਰਿਪੋਰਟ ਕੀਤਾ ਕਿ ਇਹਨਾਂ ਦੀ ਪ੍ਰੋਡਕਟਿਵਿਟੀ ਨਹੀਂ ਘਟੀ। ਹਾਂਜੀ ਇਹ ਜ਼ਰੂਰੀ ਨਹੀਂ ਹੈ ਕਿ ਨੰਬਰ ਆਫ ਆਵਰਸ ਦੇ ਨਾਲ ਹੀ ਤੁਹਾਡੀ ਪ੍ਰੋਡਕਟਿਵਿਟੀ ਵੱਧਦੀ ਹੈ। ਹਾਂਜੀ ਉਹ ਅਮਰੀਕਾ ਵਾਲਿਆਂ ਤੇ ਜੋਕ ਕਰਦੇ ਹੁੰਦੇ ਸੀ ਕਿ ਮੰਡੇ ਕੰਮ ਨਹੀਂ ਕਰਦੇ ਕਿਉਂਕਿ ਇਹ ਵੀਕਐਂਡ ਘੱਟ ਕੇ ਆਏ ਹੁੰਦੇ। ਹਾਂਜੀ ਫਰਾਈਡੇ ਕੰਮ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਵੀਕਐਂਡ ਸ਼ੁਰੂ ਹੋ ਰਿਹਾ ਹੁੰਦਾ। ਆਟਵਾ ਨੇ ਮਰਸੀਡੀਜ਼ ਬੈਂਜ਼ ਅਤੇ ਵੋਲਕਸਵੈਗਨ ਦੇ ਲਈ ਈਵੀ ਸੌਦੇ ਤੇ ਦਸਤਖਤ ਕਰ ਦਿੱਤੇ। ਜਿਹੜੀ ਈਵੀ ਡੀਲ ਹੈਗੀ ਉਹਦੇ ਤੇ ਸਾਈਨ ਕਰ ਦਿੱਤੇ ਹੈਗੇ ਆ। ਉਹ ਫਿਊਲ ਸਮਝਦੇ ਆ ਕਿ ਉਹ ਕਹਿੰਦੇ ਕਿ ਇਹ ਫੋਸਲ ਫਿਊਲ ਆ, ਇਹਦੀ ਜਗ੍ਹਾ ਤੇ ਤੁਸੀਂ ਸੋਲਰ ਪਾਵਰ ਵਰਤੋ, ਇਹਦੀ ਜਗ੍ਹਾ ਤੇ ਤੁਸੀਂ ਵਿੰਡ ਪਾਵਰ ਵਰਤੋ। ਸੋ এনवायरमेंटल ਲੌਬੀ ਜਿਹੜੀ ਆ ਟਰੂਡੋ ਦੀ ਹਾਂਜੀ ਉਹ ਇਹਦੇ ਖਿਲਾਫ। ਨੈਂਸੀ ਪੈਲੋਸੀ ਦੇ ਹਸਬੈਂਡ ਦਾ ਜਿਹੜਾ ਕੇਸ ਸੀ ਕੈਲੀਫੋਰਨੀਆ ਦੇ ਵਾਈਨ ਕੰਟਰੀ ਦੇ ਵਿੱਚ ਉਹਦੇ ਨਾਲ ਸੰਬੰਧਿਤ ਉਹਨਾਂ ਨੂੰ ਹੁਣ ਦੋਸ਼ੀ ਮੰਨਿਆ ਗਿਆ ਤੇ ਉਹਨਾਂ ਨੂੰ 5 ਦਿਨ ਦੀ ਜੇਲ੍ਹ ਤੇ 3 ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਆ। ਉਸ ਵੇਲੇ ਆਹ ਇਸ਼ੂ ਲੁਕਾਉਣ ਨੂੰ ਗਏ ਸੀ। 2 ਚਾਰਜ ਲੱਗੇ ਆ। ਇੱਕ ਤਾਂ DUI ਦਾ ਸ਼ਰਾਬ ਪੀਤੀ ਸੀ ਉਹ ਕਾਰ ਚਲਾ ਰਹੇ ਸੀ। ਦੂਸਰਾ ਉਹਨਾਂ ਦੇ ਚਾਰਜ ਅਜੇ ਕੋਰਟ ਦੇ ਵਿੱਚ ਆਵੇ ਚਾਹੇ ਨਾ ਆਵੇ ਪਤਾ ਨਹੀਂ। ਅਫਰੀਕਾ ਜਿਹੜਾ ਕਿਸੇ ਸਮੇਂ ਕਲੋਨੀਅਲ ਐਮਪਾਇਰ ਦਾ ਹਿੱਸਾ ਸੀ ਤੇ ਉਦੋਂ ਇਹ ਗੱਲ ਸੁਣਦਾ ਸੀ ਬਾਕੀ ਦੇਸ਼ਾਂ ਦੀ। ਹੁਣ ਇੰਡੀਪੈਂਡੈਂਟਲੀ ਜਿਹੜੇ ਅਫਰੀਕਾ ਦੇ ਕਿਸੇ ਵੀ ਨੇਸ਼ਨ ਨੇ ਪਹਿਲਾਂ 2 ਗੱਲਾਂ ਕੀਤੀਆਂ ਨਾ, ਇਹ ਤਾਂ ਸੈਂਕਸ਼ਨ ਦੀ ਗੱਲ ਕਰਦੇ ਆ। ਹਾਂਜੀ ਉਹਨਾਂ ਨੇ ਅਜੇ ਤਾਈਂ ਕਿਸੇ ਨੇ ਇਹ ਨਹੀਂ ਕਿਹਾ ਵੀ ਰਸ਼ੀਆ ਵਾਲਿਆਂ ਨੇ ਮਿਲਟਰੀ ਹਮਲਾ ਕੀਤਾ ਹੈ। ਸਿਟੀ ਇੰਡੀਆ KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 24 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਮੰਡੇ ਟੂ ਫਰਾਈਡੇ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ KRPA 1110 AM ਤੇ। स्टूडियो का नंबर है 6045929191 604-592-9191। स्वागत करते डॉक्टर शिंदर पुरेवाल जी का। डॉक्टर साहब प्रोग्राम स्वागत है जी। गुड मॉर्निंग। गुड मॉर्निंग डॉक्टर साहब। गलबात का सिलसिला शुरू करते हैं। गल करते हैं आप NDP लीडरशिप रेस बारे। ਤੁਹਾਨੂੰ याद होना थोड़े दिन पहला
ਜਦੋਂ ਕਲਾਈਮੇਟ ਐਕਟਿਵਿਸਟ ਅੰਜਲੀ ਅਪਾਦੁਰਾਏ ਨੇ BCNDP ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਤਾਂ ਡੇਵਿਡ ਈਵੀ ਨੇ ਉਹਨਾਂ ਦਾ ਸਵਾਗਤ ਕੀਤਾ ਸੀ। ਉਹ ਕਹਿੰਦੇ ਸੀ ਕਿ ਮੈਂ ਬਹੁਤ ਖੁਸ਼ ਹਾਂ ਕਿ ਕੋਈ ਕੈਂਡੀਡੇਟ ਮੈਦਾਨ ਦੇ ਵਿੱਚ ਆਇਆ, ਪਰ ਹੁਣ ਉਹ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਫਰਸਟ੍ਰੇਟਡ ਹਾਂ ਕਿਉਂਕਿ ਅੰਜਲੀ ਦੇ ਮੈਦਾਨ ਵਿੱਚ ਉਤਰਨ ਦੇ ਨਾਲ ਜਿਹੜਾ ਪ੍ਰੋਸੈਸ ਹੈਗਾ ਇਹ ਕਾਫੀ ਜ਼ਿਆਦਾ ਉਹ ਕਹਿੰਦੇ ਆ ਕਿ ਡਿਲੇ ਹੋ ਗਿਆ ਕਿ ਇੱਕ ਕੈਂਡੀਡੇਟ ਹੋਰ ਮੈਦਾਨ ਦੇ ਵਿੱਚ ਆ ਗਿਆ ਤੇ ਇਹਦੇ ਨਾਲ ਜਿਹੜਾ ਪ੍ਰੋਸੈਸ ਹੈਗਾ ਸਾਰਾ ਹੁਣ ਉਹਨਾਂ ਨੂੰ ਵੇਟ ਕਰਨੀ ਪੈਣੀ ਹੈਗੀ ਆ ਤੇ ਜੇਕਰ ਇਸ ਰੇਸ ਦੇ ਵਿੱਚ ਕੋਈ ਨਾ ਹੀ ਆਉਂਦਾ ਤਾਂ ਈਬੀ ਨੂੰ ਸੀਗਾ ਕਿ ਚਲੋ ਜੀ 4 ਅਕਤੂਬਰ ਤੋਂ ਬਾਅਦ ਉਹਨਾਂ ਦੇ ਸਿਰ ਤੇ NDP ਲੀਡਰ ਤੇ ਪ੍ਰੀਮੀਅਰ ਦਾ ਤਾਜ ਆ ਜਾਣਾ ਸੀ। ਹੁਣ ਉਹ ਕਹਿੰਦੇ ਕਿ ਮੇਰੇ ਤੋਂ ਇੰਨੀ ਵੇਟ ਨਹੀਂ ਹੋ ਰਹੀ, ਕਹਿੰਦੇ ਕਿ ਕਾਕਸ ਦੀ ਸਪੋਰਟ ਸਾਰੀ ਮੇਰੇ ਨਾਲ ਆ ਤਾਂ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਗੁੱਸਾ ਹੈਗਾ ਉਹ ਕੱਢਿਆ। ਤੁਸੀਂ ਕੀ ਕਹਿਣਾ ਚਾਹੋਗੇ? ਕਈ ਵਾਰੀ ਲਾੜਾ ਵਿਆਹ ਕਰਾਉਣ ਨੂੰ ਤਿਆਰ ਹੁੰਦਾ, ਕਾਲਾ ਹੁੰਦਾ ਨਾ, ਹਾਂਜੀ, ਤੇ ਪੰਡਤ ਜੀ ਆ ਕੇ ਕਹਿੰਦੇ ਮਾਘੀ ਤੋਂ ਪਹਿਲਾਂ ਨਹੀਂ ਵਿਆਹ ਹੋਣਾ। ਹਾਂਜੀ, ਉਹਨੂੰ ਬੜਾ ਬੁਰਾ ਲੱਗਦਾ ਪਰ ਉਹ ਰੇਖ ਮੇਖ ਏਦਾਂ ਹੀ ਮਾਰਦੇ ਆ ਉਹ। ਹਾਂਜੀ, ਇੱਕ ਸਿੰਪਸਨ ਨਾਂ ਦਾ ਕੈਰੈਕਟਰ ਆ, ਜੇ ਤੁਸੀਂ ਦੇਖਦੇ ਹੋਣੇ ਟੀਵੀ ਤੇ, ਉਹਦੇ ਵਿੱਚ ਇੱਕ ਬਿਲੀਅਨਰ ਬੰਦਾ ਆ ਤੇ ਉਹ ਇਲੈਕਸ਼ਨ ਲੜ ਰਿਹਾ ਤੇ ਉਹਦੇ ਖਿਲਾਫ ਇੱਕ ਬੰਦਾ ਹੋਰ ਖੜਾ ਹੋ ਗਿਆ ਤੇ ਫਿਰ ਉਹ ਸੋਚਦਾ ਸੀ ਮੇਰੇ ਖਿਲਾਫ ਕੋਈ ਬੰਦਾ ਨਹੀਂ ਖੜਨਾ, ਮੈਨੂੰ ਵੈਸੇ ਹੀ ਨੋਮੀਨੇਸ਼ਨ ਮਿਲ ਜਾਣੀ ਹੈ। ਤੇ ਫਿਰ ਉਹ ਕਹਿੰਦਾ ਡੈਮ ਡੈਮੋਕ੍ਰੇਸੀ, ਬਹੁਤ ਉਹਨੂੰ ਗੁੱਸਾ ਆਉਂਦਾ। ਡੈਮੋਕ੍ਰੇਸੀ ਦਾ ਤਾਂ ਮਤਲਬ ਹੀ ਇਹ ਹੈ, ਮਤਲਬ ਹੁੰਦਾ ਡੈਮੋਕ੍ਰੇਸੀ ਦਾ ਚੁਆਇਸ, ਹੋਰ ਤਾਂ ਕੁਛ ਨਹੀਂ। ਹਾਂਜੀ, ਨਹੀਂ ਤਾਂ ਰਾਜਾ ਮਹਾਰਾਜਾ ਦੇ ਤਾਂ ਹੁੰਦੀ ਸੀ ਕਿ ਰਾਜਾ ਆ ਉਹਦਾ ਜਿਹੜਾ ਬੱਚਾ ਆ ਜਾਂ ਜਿਹੜਾ ਵੀ ਉੱਤਰਾਧਿਕਾਰੀ ਉਹਨੇ ਚੁਣ ਲਿਆ ਉਹਦੇ ਬਸ ਮੱਥੇ ਤੇ ਤਿਲਕ ਲਾਉਂਦੇ ਸੀ। ਤੇ ਹੁਣ ਤਿਲਕ ਲਾਉਣ ਦੀ ਕੋਸ਼ਿਸ਼ ਕੀਤੀ ਜੌਨ ਹਾਰਗਨ ਨੇ ਇੱਥੇ, ਉਹਨਾਂ ਨੇ ਸਾਰੇ ਬੰਦੇ ਸੰਭਾਵੀ ਜਿਹੜੇ ਬਿਠਾ ਦਿੱਤੇ ਜਿਨ੍ਹਾਂ ਦੇ ਵਿੱਚ ਰਵੀ ਕਾਲੋਂ ਦਾ ਨਾਮ ਵੀ ਆਉਂਦਾ ਸੀ। ਹਾਂਜੀ, ਇਹਨਾਂ ਦੀ ਪਹਿਲਾਂ ਦੀ ਤਿਆਰੀ ਹੋਈ ਸੀ, ਪਹਿਲਾਂ ਇਹਨਾਂ ਦੀ ਟੀਮ ਕੰਟੈਕਟ ਕਰਦੀ ਸੀ ਲੋਕਾਂ ਨੂੰ ਕਿ ਅਸੀਂ ਇਲੈਕਸ਼ਨ ਲੜਨੀ ਹੈ, ਪਰ ਜੌਨ ਹਾਰਗਨ ਨੇ ਸਾਰੇ ਬਿਠਾਤੇ। ਹਾਂਜੀ, ਕਿਉਂਕਿ ਇਸ ਵੇਲੇ ਅਜੇ ਉਹਨਾਂ ਦੀ ਚੱਲਦੀ ਹੈ ਨਾ ਪਾਰਟੀ ਦੇ ਵਿੱਚ। ਬਿਲਕੁਲ। ਸੋ ਉਹਨਾਂ ਨੇ ਸਾਰੀ ਕੈਬਨਿਟ, ਸਾਰੀ ਕਾਕਸ ਕੰਟਰੋਲ ਕੀਤੀ ਹੈ ਤੇ ਇਹ ਸੋਚਦੇ ਨਹੀਂ ਸੀ ਕਿ ਡੈਮੋਕ੍ਰੇਸੀ ਆ ਪਾਰਟੀ ਦੇ ਵਿੱਚ ਕੋਈ ਹੋਰ ਵੀ ਕੈਂਡੀਡੇਟ ਆ ਸਕਦਾ। ਹਾਂਜੀ, ਸੋ ਅੰਜਲੀ ਨੇ ਚਾਹੇ ਕੁਛ ਉਹ ਜਿੱਤੇ ਚਾਹੇ ਨਾ ਜਿੱਤੇ, ਉਹ ਤਾਂ ਜਿੱਤਣੀ ਤਾਂ ਹੈ ਨਹੀਂ ਵਿਚਾਰੀ, ਉਹਦਾ ਪਤਾ ਹੀ ਹੈ ਸਾਨੂੰ ਕਿ ਸਾਰੀ ਦੀ ਸਾਰੀ ਕਾਕਸ ਇਹਨਾਂ ਨਾਲ ਲਿਆ, ਸਾਰੀ ਪਾਰਟੀ ਇਹਨਾਂ ਨਾਲ ਲਿਆ। ਹਾਂਜੀ, ਪਾਰਟੀ ਦੇ ਧੜੱਲੇ ਦਾ ਲੀਡਰ ਇਹਨਾਂ ਨਾਲ ਲਿਆ ਜੀ, ਯੂਨੀਅਨ ਇਹਨਾਂ ਨਾਲ ਲਿਆ, ਪਰ ਉਹਨੇ ਕਮ ਸੇ ਕਮ ਰੇਖ ਚ ਮੇਖ ਜ਼ਰੂਰ ਪਾਈ। ਹਾਂਜੀ, ਇੰਨਾ ਕੁ ਰਿਮਾਈਂਡ ਕਰਾਤਾ ਇਹਨਾਂ ਨੂੰ ਕਿ ਡੈਮੋਕ੍ਰੇਸੀ ਵੀ ਕੋਈ ਚੀਜ਼ ਹੁੰਦੀ ਹੈ ਜੀ। ਡੈਮੋਕ੍ਰੇਸੀ ਚੀਜ਼ ਇਹ ਆ ਕਿ ਕਈ ਵਾਰ ਕਹਿੰਦੇ ਖਾਉਂਦੇ ਜਿਹੜੇ ਕੈਂਡੀਡੇਟਸ ਆ ਲੋਕਾਂ ਨੇ ਦੇਖਿਆ ਥੋੜ੍ਹਾ ਉੱਥੇ 92 ਬੰਦੇ ਜਿਤਾਤੇ। ਹਾਂਜੀ, ਇੱਕ ਪਾਸੇ ਵੋਟ ਪਾਤੀ ਬਸ ਜਾ ਕੇ ਜੀ, ਮੋਹਰੇ ਬੰਦਾ ਜਿੱਦਾਂ ਦਾ ਮਰਜ਼ੀ ਹੋਵੇ। ਹਾਂਜੀ, ਇੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੈਨੂੰ ਦੱਸਦੇ ਸੀ, ਉਹ ਕਹਿੰਦੇ ਕਿ ਉਹਨਾਂ ਨੂੰ ਕੋਈ ਬੰਦਾ ਜਾਣਦਾ ਸੀ, ਉਹਨੇ PhD ਕੀਤੀ ਸੀ ਤਾਂ ਮੋਹਰਲਾ ਬੰਦਾ ਬਿਲਕੁਲ ਕਹਿੰਦੇ ਗੂਠਾ ਛਾਪ ਸੀ। ਲੋਕੀ ਤਾਂ ਪਾਰਟੀ ਨੂੰ ਵੋਟ ਪਾਉਂਦੇ ਆ, ਉਹ ਲੋਕਾਂ ਨੇ ਇਹ ਥੋੜ੍ਹਾ ਦੇਖਣਾ ਕਿ ਆਹ ਬੰਦੇ ਨੇ ਕੀ ਕੀਤਾ ਕੀ ਨਹੀਂ ਕੀਤਾ। ਪਾਰਟੀ ਜਿਹੜਾ ਕੰਟਰੋਲ ਕਰਦਾ ਆ, ਪਾਰਟੀ ਦੇ ਵਿੱਚ ਜਿਨ੍ਹਾਂ ਦਾ ਕੰਟਰੋਲ ਆ, ਉਹ ਧੜਾ ਹਮੇਸ਼ਾ ਜੇਤੂ ਰਹਿੰਦਾ। ਹੁਣ ਦੇਖ ਲਓ, ਅਸੀਂ ਕਾਂਗਰਸ ਦੀ ਗੱਲ ਕਰਦੇ ਸੀ ਉੱਥੇ, ਉਹ ਬਈ ਰਾਹੁਲ ਗਾਂਧੀ ਤਾਈਂ ਮਿਲਣਾ ਹੀ ਔਖਾ ਆ। ਹਾਂਜੀ, ਇਹ ਬੰਦੇ ਹਜੇ ਰਾਜੇ ਨਹੀਂ ਬਣੇ। ਦੇਖੋ, ਜੇ ਰਾਜੇ ਬਣੇ ਹੁੰਦੇ, ਜਦੋਂ ਮਹਾਰਾਜੇ ਹੁੰਦੇ ਸੀ, ਉਦੋਂ ਵੀ ਇੱਕ ਤਕਨੀਕ ਹੁੰਦੀ ਸੀ ਕਿ ਹੱਥ ਜੋੜ ਕੇ ਬੰਦਾ ਮੋਹਰੇ ਲੰਮਾ ਪੈ ਜਾਂਦਾ ਸੀ ਤਾਂ ਉਹ ਅਕਸਰ ਕਹਿੰਦੇ ਸੀ ਵੀ ਚੱਲ ਇਹਨਾਂ ਮਿਲ ਲੈਂਦੇ, ਇਹਨੂੰ ਲੈ ਆਓ ਦਰਬਾਰ ਦੇ ਵਿੱਚ। ਇੱਕ ਤਰੀਕਾ ਸੀ ਨਾ ਉਹਨਾਂ ਦਾ। ਤਾਂ ਹੁਣ ਤਾਂ ਉਹ ਵੀ ਤਰੀਕਾ ਹੈ ਨਹੀਂ, ਉਹ ਕਹਿੰਦੇ ਕਾਰੇ ਦੇ ਉੱਤੇ ਚੜ੍ਹ। ਹਾਂਜੀ, ਉਹ ਡਰਦਾ ਮੋਹਰੇ ਕੋਈ ਆਉਂਦਾ ਵੀ ਨਹੀਂ ਗਏ, ਹੱਥ ਜੋੜ ਕੇ ਪੈਂਦਾ ਵੀ ਨਹੀਂ ਕਿ ਇਹਨਾਂ ਦਾ ਕੋਈ ਨਹੀਂ ਪਤਾ ਵੀ ਮੈਨੂੰ ਥੱਲੇ ਮਿੱਧ ਕੇ ਚੱਲ ਜਾਣ ਜੀ। ਸੋ ਇਹ ਡੇਵਿਡ ਈਵੀ ਨੂੰ ਪਹਿਲੀ ਤਾਂ ਗੱਲ ਦੇਖਣ ਵਾਲੀ ਆ, ਇਹਨਾਂ ਦਾ ਰੈਜ਼ੂਮੇ ਦੇਖਦੇ ਆ, ਜਿਹੜੀ ਵੀ ਫਾਈਲ ਇਹਨਾਂ ਨੇ ਅਜੇ ਤਾਈਂ ਹੈਂਡਲ ਕੀਤੀ ਆ ਸਾਰਿਆਂ 'ਚ ਫੇਲ ਆ। ਪਹਿਲਾਂ ਹੀ ਜਿਹੜਾ F- ਵਾਲਾ ਉਹ ਪ੍ਰੀਮੀਅਰ ਬਣਨ ਲੱਗਾ ਜੀ। ਹਾਊਸਿੰਗ ਦੀ ਜਿਹੜੀ ਇਹਨਾਂ ਦੇ ਕੋਲ ਫਾਈਲ ਸੀ ਨਾ, ਉਹਦੇ ਵਿੱਚੋਂ ਕੋਈ ਇਹਨਾਂ ਦੀ ਮੇਰੇ ਖਿਆਲ 10% ਅਚੀਵਮੈਂਟ ਹੋਣੀ ਹੈ।
ਜਿਹੜੀ ਵੀ ਫਾਈਲ। ਅੱਛਾ, ਬਾਕੀ ਦੇ ਉਹਨਾਂ ਦੇ ਕੋਲ ਜੌਨ ਹਾਰਗਨ ਨੇ ਇੰਨੇ ਨਿਕੰਮੇ ਬੰਦੇ ਰੱਖੇ ਆ, ਕਿਸੇ ਦੀ ਵੀ ਪ੍ਰੋਫਾਈਲ ਹੈ ਨਹੀਂ ਗੀ। ਤੁਸੀਂ ਦੇਖੋ ਵੀ ਜਿਹੜੀ ਵੀ ਫਾਈਲ ਦਿੰਦੇ ਸੀ ਨਾ, ਕੋਈ ਵੀ ਕੰਟਰੋਵਰਸ਼ੀਅਲ ਫਾਈਲ ਉਹ ਡੇਵਿਡ ਈਬੀ ਨੂੰ ਦਿੰਦੇ ਸੀ, ਤੇ ਇਹਨਾਂ ਨੇ ਕੋਈ ਸਿਰੇ ਚਾੜੀ ਨਹੀਂ। ਇਹਨਾਂ ਦਾ ਰੈਜ਼ੂਮੇ ਇੰਨਾ ਕੁ ਤਕੜਾ ਆ। ਇਹਨਾਂ ਦੀ ਇਹ ਇੱਕ ਗੱਲ ਮਸ਼ਹੂਰ ਹੁੰਦੀ ਸੀ ਕਿ ਜਦੋਂ ਐਕਟਿਵ ਪੋਲੀਟਿਕਸ ਦੇ ਵਿੱਚ ਨਹੀਂ ਸੀ, ਉਦੋਂ ਇੱਦਾਂ ਦੇ ਕਿਤਾਬ ਜੇ ਲਿਖਦੇ ਹੁੰਦੇ ਸੀ ਕਿ ਪੁਲਿਸ ਨੂੰ ਸੂਹ ਕਿੱਦਾਂ ਕਰਨਾ ਆ, ਤਾਂ ਫਿਰ ਉਹਨੂੰ ਬੰਦੇ ਨੂੰ ਚੱਕ ਕੇ ਅਟਾਰਨੀ ਜਨਰਲ ਬਣਾਤਾ। ਜਿਹੜੀ ਵੀ ਗੱਲ ਇਹਨਾਂ ਨੇ ਕੀਤੀ ਅਜੇ ਤਾਈਂ ਕੋਈ ਸਿਰੇ ਨਹੀਂ ਚਾੜੀ। ਹੁਣ ਇੱਕ ਗੱਲ ਹੋਰ ਕੀਤੀ ਉਹਨਾਂ ਨੇ, ਇਕੱਲੇ ਹੀ ਗੱਲ ਕਰਦੇ ਸੀ ਕਿ ਅਸੀਂ ਪਿੱਛੇ ਜੇ ਡਿਸਕਸ਼ਨ ਕੀਤੀ, ਇੱਕ ਬਿੱਲ ਲਿਆ ਰਹੇ ਆ, ਪਹਿਲਾਂ ਲਿਆਂਦਾ ਸੀ ਇਹਨਾਂ ਨੇ 2020 ਦੇ ਵਿੱਚ, ਜਦੋਂ ਇਹਨਾਂ ਦੀ ਸਰਕਾਰ ਇਹਨਾਂ ਨੇ ਤੋੜੀ ਆ, ਜਿਹਦਾ ਕੋਲੀਸ਼ਨ ਤੋੜੀ ਨਾ ਇਹਨਾਂ ਨੇ ਦੂਜਿਆਂ ਨਾਲ, ਗ੍ਰੀਨ ਪਾਰਟੀ ਦੇ ਨਾਲ। ਉਹ ਇਸ਼ੂ ਬਣ ਗਈ ਕਿ ਜੇ ਕੋਈ ਮਾਈਨਰ ਉੱਥੇ ਐਮਰਜੈਂਸੀ ਦੇ ਵਿੱਚ ਓਵਰਡੋਜ਼ ਨਾਲ ਇੱਕ ਤੋਂ ਵੱਧ ਵਾਰੀ ਆਉਂਦਾ ਹੈ, ਤਾਂ ਉਹਨੂੰ ਜ਼ਬਰਦਸਤੀ ਰੀਹੈਬ ਲਈ ਭੇਜਿਆ ਜਾਣਾ ਚਾਹੀਦਾ। ਹਾਂਜੀ, ਕਾਫੀ ਜ਼ਿਆਦਾ ਇਹਦੇ ਤੇ ਡਿਸਕਸ਼ਨਸ ਹੋਈਆਂ ਸੀ ਜਦੋਂ ਇਹ ਖਬਰ ਆਈ ਸੀ ਨਾ, ਕਿ ਕਹਿੰਦੇ ਸੀ ਕਿ ਜ਼ਬਰਦਸਤੀ ਉਹਨਾਂ ਨੂੰ ਲੈ ਕੇ ਜਾਣਾ। ਪਹਿਲੀ ਵਾਰ ਤਾਂ ਸਰਕਾਰ ਟੁੱਟ ਗਈ। ਟੁੱਟੀ ਤਾਂ ਨਹੀਂ, ਉਹਨਾਂ ਨੇ ਵੈਸੇ ਹੀ ਨਾ ਕੀਤੀ। ਉਹ ਕਹਿੰਦੇ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਅੱਛਾ, ਫੇਰ ਉਹ ਸਰਕਾਰ ਤਾਂ ਇਹਨਾਂ ਨੇ ਤੋੜ ਲਈ, ਉਹ ਤਾਂ ਬਹਾਨਾ ਬਣਾ ਲਿਆ। ਉਦੋਂ ਬਾਅਦ ਫੇਰ ਬਿੱਲ ਲੈ ਕੇ ਆਏ। ਹੁਣ ਇਹਨਾਂ ਨੇ ਬਿੱਲ ਵਿਦਡਰਾ ਕਰ ਲਿਆ। ਫਿਰ ਕਹਿੰਦੇ ਕਿ ਆਪੋਜੀਸ਼ਨ ਹੋਈ ਆ ਫਰਸਟ ਨੇਸ਼ਨਸ ਦੀ, ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੂੰ ਤੁਸੀਂ ਜ਼ਬਰਦਸਤੀ ਭੇਜਣਾ ਚਾਹੁੰਦੇ ਆ, ਇਹ ਸਾਨੂੰ ਤਾਂ ਉਹੀ ਗੱਲ ਰਿਮਾਈਂਡ ਹੁੰਦੀ ਹੈ ਕਿ ਜਿੱਦਾਂ ਤੁਸੀਂ ਸਾਡੇ ਬੱਚੇ ਖੋਹਦੇ ਹੁੰਦੇ ਸੀ। ਹੁਣ ਡੇਵਿਡ ਈਬੀ ਨੇ ਇੱਕ ਹੋਰ ਗੱਲ ਕਰਤੀ ਕੱਲ। ਇਹ ਕਹਿੰਦਾ ਅਡਲਟਸ ਨੂੰ ਅਸੀਂ ਭੇਜਿਆ ਕਰਾਂਗੇ ਏਦਾਂ ਜ਼ਬਰਦਸਤੀ, ਚਾਹੁਣ ਚਾਹੇ ਨਾ ਚਾਹੁਣ। ਜੇ ਉਹ 2 ਵਾਰੀ ਕੋਈ ਐਮਰਜੈਂਸੀ ਚ ਆ ਗਿਆ ਨਾ ਓਵਰਡੋਜ਼ ਤੇ ਉਹਨੂੰ ਅਸੀਂ ਫੜ ਕੇ ਜ਼ਬਰਦਸਤੀ ਭੇਜਣਾ ਆ ਰੀਹੈਬ ਲਈ। ਅੱਛਾ, ਰੀਹੈਬ ਲਈ ਕਿਹੜੀ ਲਈ ਭੇਜਣਾ? ਇੱਥੇ ਵੱਖ-ਵੱਖ ਬੰਦੇ ਜਿਹੜੇ ਇੱਥੇ ਮੌਤਾਂ ਹੋ ਚੁੱਕੀਆਂ ਬੱਚਿਆਂ ਦੀਆਂ, ਉਹਨਾਂ ਦੇ ਪੇਰੈਂਟਸ ਨੂੰ ਪੁੱਛ ਕੇ ਦੇਖੋ ਕਿ ਇਹਨਾਂ ਦੇ ਕੋਲ ਸਰਕਾਰੀ ਰੀਹੈਬ ਦੇ ਵਿੱਚ ਸੀਟਾਂ ਹੀ ਹੈ ਨਹੀਂ। ਤੇ ਭੇਜਣਾ ਇਹਨਾਂ ਨੇ ਕਿੱਥੋਂ? ਐਲਾਨ ਕਰ ਦਿੱਤਾ ਕਿ ਅਸੀਂ ਡਿਕਟੇਟਰਸ਼ਿਪ ਚਲਾਉਣੀ ਹੈ। ਡਿਕਟੇਟਰਸ਼ਿਪ ਦਾ ਤਾਂ ਉਹਦਾ ਪਤਾ ਲੱਗ ਗਿਆ ਕਿ ਇੱਕ ਦੂਸਰਾ ਕੈਂਡੀਡੇਟ ਆਉਣ ਤੇ ਹੀ ਉਹ ਅੱਕੇ ਪਏ ਆ। ਅੱਜ ਮੈਂ ਤਾਂ ਅੱਜ ਤਿਲਕ ਲਾਉਣ ਨੂੰ ਬੈਠਾ ਸੀ ਤੇ ਹੁਣ ਅੰਜਲੀ ਨੇ ਕਮ ਸੇ ਕਮ ਪ੍ਰੋਸੈਸ ਸ਼ੁਰੂ ਹੋਊਗਾ ਨਾ। ਪ੍ਰੋਸੈਸ ਦੇ ਵਿੱਚੋਂ ਜਾਊਗੇ, ਫਿਰ ਥੋੜੀ ਜਿਹੀ ਡਿਲੇ ਹੋਊਗੀ ਤੇ ਉਸ ਡਿਲੇ ਤੋਂ ਉਹਨਾਂ ਨੂੰ ਫਰਸਟ੍ਰੇਟ ਹੋਏ ਬੈਠੇ ਆ। ਪਰ ਨਾਲ ਦੀ ਨਾਲ ਐਲਾਨ ਕਰਦਾ ਕਿ ਅਸੀਂ ਹੁਣ ਇਹਨਾਂ ਨੂੰ ਪੁੱਛੇ ਵੀ, ਪਹਿਲਾਂ ਤਾਂ ਕਹਿੰਦੇ ਸੀ ਅਸੀਂ ਫਰਸਟ ਨੇਸ਼ਨਸ ਨੂੰ ਪੁੱਛਿਆ ਨਹੀਂ। ਜਦੋਂ ਪਾਲਿਸੀ ਤੁਸੀਂ ਲਾਗੂ ਕਰਦੇ ਨਾ, ਸਭ ਤੋਂ ਪਹਿਲਾਂ ਸਟੇਕ ਹੋਲਡਰਸ ਨੂੰ ਸਾਰੇ ਕੰਸਲਟ ਕਰਦੇ ਵੀ ਕੌਣ ਸਟੇਕ ਹੋਲਡਰ ਆ। ਤੇ ਇਹਦੇ ਵਿੱਚ ਵੀ ਸਟੇਕ ਹੋਲਡਰਸ ਬਹੁਤ ਆ। ਫਰਸਟ ਨੇਸ਼ਨਸ ਦੇ ਅਡਲਟਸ ਕੀ ਉਹ ਵਿਸ਼ ਕਰਨਗੇ ਜਾਂ ਦੂਸਰੀ ਇਸ਼ੂ ਇਹ ਸਭ ਤੋਂ ਵੱਡੀ ਹੈ ਵੀ ਤੁਸੀਂ ਜ਼ਬਰਦਸਤੀ ਕਹਿੰਦੇ ਅਸੀਂ ਉਹਨਾਂ ਨੂੰ ਬੰਦਿਆਂ ਨੂੰ ਰੀਹੈਬ ਲਈ ਭੇਜ ਦੇਣਾ, ਜਿਹੜੇ ਆਪਣੇ ਆਪ ਆਉਣਾ ਚਾਹੁੰਦੇ ਆ ਉਹਨਾਂ ਲਈ ਤੁਹਾਡੇ ਤੋਂ ਜਗ੍ਹਾ ਹੈ ਨਹੀਂ। ਇੱਥੇ ਇੱਕ ਮਦਰ ਰੋਂਦੀ ਸੀ ਟੀਵੀ ਦੇ ਉੱਤੇ, ਉਹ ਕਹਿੰਦੀ ਮੈਂ 6 ਮਹੀਨੇ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਰੀਹੈਬ ਲਈ ਉਹਦੇ ਪੁੱਤ ਨੂੰ ਜਗ੍ਹਾ ਹੀ ਨਹੀਂ ਮਿਲੀ BC ਦੇ ਵਿੱਚ ਤੇ ਉਹ ਮਰ ਗਿਆ। ਤੇ ਉਸ ਬੱਚੇ ਲਈ ਤਾਂ ਇਹਨਾਂ ਦੇ ਕੋਲ ਜਗ੍ਹਾ ਹੈ ਨਹੀਂ। ਰੌਲਾ ਪਾਉਣ ਲੱਗੇ ਆ 2018 ਦੇ ਇਹ। ਤੇ ਹੁਣ ਕਹਿੰਦੇ ਕਾਨੂੰਨ ਲੈ ਕੇ ਆਉਣਾ। ਤੁਸੀਂ ਜ਼ਬਰਦਸਤੀ ਤਾਂ ਉੱਥੇ ਬੰਦਿਆਂ ਨੂੰ ਭੇਜਣ ਲਈ ਤਿਆਰ ਆ ਕਿਤੇ ਵੀ, ਪਰ ਜਿਹੜੇ ਬੰਦੇ ਆਪਣੇ ਆਪ ਆਉਣੇ ਚਾਹੁੰਦੇ ਆ ਉਹਨਾਂ ਨੂੰ ਕੋਈ ਜਗ੍ਹਾ ਹੈ ਨਹੀਂ ਤੁਹਾਡੇ ਤੋਂ। ਫਿਰ ਇਹ ਕੰਟਰਡਿਕਸ਼ਨ ਨਹੀਂ ਲੱਗਦਾ ਤੁਹਾਨੂੰ? ਬਿਲਕੁਲ ਡਾਕਟਰ ਸਾਹਿਬ, ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਕੰਟਰਾਡਿਕਟਰੀ ਹੈ ਇੱਕ ਦੂਸਰੇ ਦੇ। ਤੇ ਇਹ ਐਕਸਪਲੇਨ ਕਰਨ ਡੇਵਿਡ ਈਬੀ ਹੋਣੀ ਕਿ ਤੁਸੀਂ ਜਦੋਂ ਪਹਿਲਾਂ ਬੱਚਿਆਂ ਨੂੰ ਭੇਜਣ ਲੱਗੇ ਸੀ ਉਦੋਂ ਨਹੀਂ ਸਟੇਕ ਹੋਲਡਰਸ ਨਾਲ ਗੱਲਬਾਤ ਕੀਤੀ, ਹੁਣ ਅਡਲਟਸ ਨੂੰ ਕਹਿੰਦੇ ਅਸੀਂ ਏਦਾਂ ਭੇਜਣਾ। ਇਹ ਸਿਰਫ ਵੋਟਾਂ ਲੈਣ ਦੀ ਗੱਲ ਹੀ ਹੁੰਦੀ ਹੈ। ਕੁਝ ਲੋਕੀ ਜਿਹੜੇ ਪ੍ਰੈਸ਼ਰ ਪਾਉਂਦੇ ਨਾ ਵੋਟਾਂ ਦਾ, ਉਹ ਪ੍ਰੈਸ਼ਰ ਇਹ ਆ ਕਿ ਜੇ ਤੁਸੀਂ ਓਵਰਡੋਜ਼ ਦੀ ਡੈਥਸ ਜ਼ਿਆਦਾ ਹੋ ਰਹੀਆਂ, ਹੁਣੇ ਉਹਨਾਂ ਨੇ ਦੱਸਿਆ
ਪਿਛਲੇ ਕੋਈ 6 ਸਾਲਾਂ ਦੇ ਵਿੱਚ ਹੀ 10,000 ਬੰਦਾ ਮਰ ਗਿਆ। ਹਾਂਜੀ, ਇੰਨੀਆਂ ਹਾਈ ਸਾਰੇ ਕੈਨੇਡਾ ਤੋਂ ਹਾਈਐਸਟ ਰੇਟ ਜਿਹੜਾ ਡੈਥ ਦਾ ਹੈ BC ਦੇ ਵਿੱਚ। ਜੀ ਦੇਖੋ ਡਾਕਟਰ ਸਾਹਿਬ ਹੈਲਥ ਐਮਰਜੈਂਸੀ ਅਨਾਉਂਸ ਕੀਤੀ ਸੀ ਇਹਨਾਂ ਨੇ 2016 ਦੇ ਵਿੱਚ। ਉਹਦੇ ਤੋਂ ਬਾਅਦ ਵੀ ਤੁਸੀਂ ਦੇਖੋ ਵੀ ਐਮਰਜੈਂਸੀ ਜਦੋਂ ਅਨਾਉਂਸ ਹੋਈ ਆ ਉਸ ਤੋਂ ਬਾਅਦ ਜਿਹੜੀ ਹੈਗੀ ਡੈਥ ਰੇਟ ਓਵਰਡੋਜ਼ ਦੇ ਨਾਲ ਇਹ ਵਧੀ ਆ, ਘਟੀ ਨਹੀਂ ਤੇ ਕੋਈ ਫਰਕ ਨਹੀਂ ਪਿਆ। ਐਮਰਜੈਂਸੀ ਮੇਰਾ ਹਟਾ ਹੀ ਦੇਣ ਚੰਗੀ ਹੈ। ਹਾਂਜੀ ਬਿਲਕੁਲ। ਡਾਕਟਰ ਸਾਹਿਬ ਗੱਲ ਕਰਦੇ ਹੈਗੇ ਆ ਹੁਣ ਆਪਾਂ 4-day ਵਰਕ ਵੀਕ ਦੀ। ਇਹਦੇ ਨਾਲ ਸੰਬੰਧਿਤ ਕਾਫੀ ਸਾਰੀਆਂ ਡਿਸਕਸ਼ਨਸ ਹੋਈਆਂ, ਕਈ ਦੇਸ਼ਾਂ ਨੇ ਇਹ ਐਕਸਪੈਰੀਮੈਂਟ ਕੀਤਾ ਵੀ ਤੇ ਕਾਮਯਾਬ ਵੀ ਰਿਹਾ। ਹੁਣ UK ਦੇ ਵਿੱਚ ਇਹ ਟ੍ਰਾਇਲ ਚੱਲ ਰਿਹਾ ਹੈਗਾ 4-day ਵਰਕ ਵੀਕ ਨੂੰ ਲੈ ਕੇ, ਤੇ ਇਹ ਟ੍ਰਾਇਲ ਜੂਨ ਦੇ ਵਿੱਚ ਵੈਸੇ ਸ਼ੁਰੂ ਹੋਇਆ ਸੀ ਤੇ ਨਵੰਬਰ ਤੱਕ ਇਹ ਜਾਰੀ ਰਹਿਣਾ। ਤੇ ਜਿਹੜੇ ਦੇਸ਼ਾਂ ਦੇ ਵਿੱਚ ਜਾਂ ਜਿਹੜੀਆਂ ਕੰਪਨੀਆਂ ਨੇ ਇਹਨੂੰ ਟਰਾਈ ਕੀਤਾ ਸੀ ਉਹਨਾਂ ਨੇ ਇਹਦੇ ਰਿਜ਼ਲਟ ਦੇ ਬਾਰੇ ਇਹ ਕਿਹਾ ਕਿ ਕਾਫੀ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਆ ਜਿਹੜਾ 4-day ਵਰਕ ਵੀਕ ਵਾਲਾ ਹੈਗਾ, ਕਿ ਇਹਦੇ ਨਾਲ ਪ੍ਰੋਡਕਟਿਵਿਟੀ ਵਿੱਚ ਸੁਧਾਰ ਹੁੰਦਾ, ਜਿਹੜੇ EMPLOYEES ਹੈਗੇ ਆ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਆ ਤੇ ਕਿਸੇ ਤਰੀਕੇ ਦੇ ਨਾਲ ਕੰਪਨੀ ਨੂੰ ਨੁਕਸਾਨ ਨਹੀਂ ਹੁੰਦਾ। ਪਰ ਜਿਹੜੇ EMPLOYERS ਹੈਗੇ ਆ ਕਈ ਉਹ ਹਿਚਕਚਾਉਂਦੇ ਆ ਕਿਉਂਕਿ ਉਹ ਕਹਿੰਦੇ ਆ ਕਿ 4-day ਵਰਕ ਵੀਕ ਜਿਹੜਾ ਹੈਗਾ ਇਹ ਗੁੱਡ ਨਹੀਂ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇਹਨਾਂ ਨੇ ਤਜਰਬਾ ਕੀਤਾ ਸੋ ਫਾਰ ਕੈਂਬਰਿਜ, ਆਕਸਫੋਰਡ ਤੇ ਬੋਸਟਨ ਕਾਲਜ ਦਾ ਇਹ ਸਾਂਝਾ ਤਜਰਬਾ ਹੈ ਇਹਨਾਂ ਦਾ ਕਿ ਜੇ ਅਸੀਂ 100 ਦੀ ਬਜਾਏ 80 ਕੰਮ ਕਰੀਏ, ਮਤਲਬ 5 ਦਿਨਾਂ ਦੀ ਬਜਾਏ 4 ਦਿਨ ਕੰਮ ਕਰੀਏ, ਤਾਂ ਹੁਣ ਤੱਕ ਦਾ ਜਿਹੜਾ ਤਜਰਬਾ ਉਹਨਾਂ ਦਾ, ਸਾਰੀਆਂ ਕੰਪਨੀਆਂ ਨੇ ਵੀ ਇਹ ਰਿਪੋਰਟ ਕੀਤਾ ਕਿ ਇਹਨਾਂ ਦੀ ਪ੍ਰੋਡਕਟਿਵਿਟੀ ਨਹੀਂ ਘਟੀ। ਹਾਂਜੀ, ਜੋ ਕੁਝ ਪਹਿਲਾਂ ਕਰਦੇ ਸੀ, ਜਿੰਨਾ ਕੁਝ ਕਰਦੇ ਸੀ ਉਨਾ ਕੁਝ ਹੀ ਕਰਦੇ ਆ ਔਰ ਚੰਗਾ ਕਰਦੇ ਐਕਚੁਅਲੀ। ਇਹਦੇ ਨਾਲ EMPLOYEES ਦੀ ਹੈਲਥ ਦੇ ਵਿੱਚ ਵੀ ਕਾਫੀ ਸੁਧਾਰ ਆਇਆ। ਸੋ ਉਹਨਾਂ ਨੂੰ ਉਹ ਤਾਂ EMPLOYEES ਦਾ ਬੈਨੀਫਿਟ ਹੈ ਨਾ। ਹਾਂਜੀ, ਪਰ ਕਮ ਸੇ ਕਮ ਕੰਪਨੀਆਂ ਵੀ ਖੁਸ਼ ਹੈ ਕਿ ਜਿਹੜੀ ਜੋ ਕੁਝ ਇਹਨਾਂ ਨੇ ਪ੍ਰੋਡਿਊਸ ਕੀਤਾ ਉਹਦੀ ਕੁਆਲਿਟੀ ਚੰਗੀ ਸੀ ਜੀ, ਔਰ ਉਹਨਾਂ ਹੀ ਪ੍ਰੋਡਿਊਸ ਕੀਤਾ ਜਿੰਨਾ ਇਹ 5 ਦਿਨਾਂ ਵਿੱਚ ਕਰਦੇ ਹੁੰਦੇ ਸੀ। ਹਾਂਜੀ, ਇਹ ਤੁਸੀਂ ਦੇਖ ਲਓ ਕਿ ਸਟੂਡੈਂਟ ਲਾਈਫ ਵਿੱਚ ਦੇਖ ਲਓ, ਕਈ ਬੰਦੇ ਦਿਸਣਗੇ ਬੱਚੇ ਜਿਹੜੇ ਕਿਤਾਬ ਲੈ ਕੇ ਕਦੇ ਇੱਧਰ ਬਹਿ ਜਾਣਗੇ ਕਦੇ ਉੱਧਰ ਬਹਿ ਜਾਣਗੇ, ਅਖੀਰ 'ਚ ਫੇਰ ਵੀ ਉਹਨਾਂ ਨੇ ਫੇਲ ਹੀ ਹੋਣਾ ਹੁੰਦਾ। ਹਾਂਜੀ, ਤੇ ਕੁਛ ਕਿਆ ਉਹ ਜਿਹੜੇ ਧਿਆਨ ਦਿੰਦੇ ਰਹਿੰਦੇ ਆ ਕਲਾਸ ਦੇ ਵਿੱਚ ਹੀ ਉਹਨਾਂ ਨੇ ਧਿਆਨ ਦੇ ਦਿੱਤਾ, ਉਹਨਾਂ ਦੀ AI ਹੁੰਦੀ ਹੈ। ਹਾਂਜੀ, ਇਹ ਜ਼ਰੂਰੀ ਨਹੀਂ ਹੈ ਕਿ ਨੰਬਰ ਆਫ ਆਵਰਸ ਦੇ ਨਾਲ ਹੀ ਤੁਹਾਡੀ ਪ੍ਰੋਡਕਟਿਵਿਟੀ ਵੱਧਦੀ ਹੈ। ਹਾਂਜੀ, ਤੁਸੀਂ ਇੱਥੇ ਸਾਡੇ ਇੱਕ ਸਕੂਲ ਹੈ ਪੰਜਾਬੀਆਂ ਦਾ, ਇਹਨਾਂ ਨੇ ਪਹਿਲਾਂ ਤਾਂ ਦੇਖਿਆ 6-7 ਘੰਟੇ ਸੀ, ਫਿਰ ਉਹਦੇ ਵਿੱਚ 2 ਘੰਟੇ ਹੋਰ ਐਡ ਕਰ ਦਿੱਤੇ। ਮਤਲਬ ਉਹ ਇਹ ਹੈਗਾ ਆ ਵੀ ਜੇ ਜਿੱਦਾਂ ਗਧੇ ਵਾਲੀ ਅਪਰੋਚ ਹੈ ਨਾ, ਭਾਰ ਲੱਦਣਾ ਹੈ ਗਧੇ ਤੇ ਥੋੜਾ ਜਿਹਾ ਹੋਰ ਲੱਦ ਦਿਓ। ਇਹਦਾ ਮਤਲਬ ਹੁੰਦਾ ਵੀ ਜਿਹੜੇ ਬੰਦੇ ਡਿਸੀਜਨ ਬਣਾਉਂਦੇ, ਜਿਹੜੇ ਫੈਸਲਾ ਕਰਦੇ ਆ, ਇਹਨਾਂ ਨੇ ਕਦੇ ਪੜ੍ਹਾਈ ਨਹੀਂ ਕੀਤੀ ਜੀ। ਜਿਹੜੀ ਪੜ੍ਹਾਈ ਆ ਉਹ ਘੰਟਿਆਂ ਨਾਲ ਨਹੀਂ ਹੁੰਦੀ। ਤੁਸੀਂ ਕਲਾਸ ਦੇ ਵਿੱਚ ਵੀ ਬੈਠ ਸਕਦੇ ਆ, ਉਹਦੇ ਵਿੱਚ ਵੀ ਬੈਠੇ ਸੁਣਨ ਦੀ ਲੋੜ ਹੀ ਨਹੀਂ, ਸਮੋਸੇ ਖਾਈ ਚੱਲੋ। ਮਨ ਦੇ ਵਿੱਚ ਮਨ ਹੀ ਤੁਸੀਂ ਬੀਚ ਤੇ ਬੈਠੇ ਆ, ਮੈਂਟਲੀ ਤੁਸੀਂ ਕਿਤੇ ਵੀ ਹੋ ਸਕਦੇ ਆ ਤੇ ਤੁਸੀਂ ਕਿਤਾਬ ਮੋਹਰੇ ਰੱਖੀ ਆ, ਉਸ ਵੇਲੇ ਪਤਾ ਨਹੀਂ ਕੀ ਕਰ ਰਹੇ ਆ ਜੀ, ਪੜ੍ਹ ਰਹੇ ਕਿ ਨਹੀਂ ਪੜ੍ਹ ਰਹੇ। ਤੁਸੀਂ ਪੜ੍ਹ ਵੀ ਹੋ ਸਕਦੇ ਆ, ਪੜ੍ਹਨਾ ਤੇ ਸਮਝਣਾ 2 ਗੱਲਾਂ ਹੈ। ਹਾਂਜੀ, ਬਿਲਕੁਲ ਕੁਆਲਿਟੀ ਦੀ ਗੱਲ ਆ ਜਾਂਦੀ। ਜਿਹੜੇ ਬੰਦੇ ਘੱਟ ਘੰਟੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਵੀ 4 ਹੀ ਦਿਨ ਕੰਮ ਕਰਨਾ ਸੀ। ਹੁਣ ਉਹ ਤੁਸੀਂ ਦੇਖੋ ਕਿ ਮੰਡੇ ਜਿਹੜੇ ਜ਼ਿਆਦਾ ਵਰਕਰ ਆ, ਸਾਰੀਆਂ ਕੰਪਨੀਆਂ ਇਹ ਕਹਿੰਦੀਆਂ, ਜਿੰਨੀ ਵੀ ਸਟੱਡੀਜ਼ ਕਹਿੰਦੀਆਂ, ਮੰਡੇ ਉਹ ਬਹੁਤ ਪ੍ਰੋਡਕਟਿਵ ਹੁੰਦੇ ਆ। ਹਾਂਜੀ, ਕਿ ਉਹ ਤਾਂ ਰਿਲੈਕਸ ਹੋ ਕੇ ਆਏ ਹੁੰਦੇ ਜੀ। ਵੈਸੇ ਜੈਪਨੀਜ਼ ਉਲਟ ਗੱਲ ਕਰਦੇ ਹੁੰਦੇ, ਉਹਨਾਂ ਦੇ 6 ਦਿਨ ਵਰਕ ਡੇ ਹੁੰਦਾ ਸੀ ਪਹਿਲਾਂ, ਜਦੋਂ ਇਕਨੋਮੀ ਬੂਮ ਕਰਦੀ ਸੀ ਉਹਨਾਂ ਦੀ। ਤਾਂ ਅਮਰੀਕਾ ਦੇ ਵਿੱਚ 5 ਦਿਨ ਕਰਦੇ ਸੀ ਅਸੀਂ, ਮੰਡੇ ਟੂ ਫਰਾਈਡੇ। ਉਹ ਅਮਰੀਕਾ ਵਾਲਿਆਂ ਤੇ ਜੋਕ ਕਰਦੇ ਹੁੰਦੇ ਸੀ ਕਿ ਮੰਡੇ ਕੰਮ ਨਹੀਂ ਕਰਦੇ ਕਿਉਂਕਿ ਇਹ ਵੀਕਐਂਡ ਕੱਟ ਕੇ ਆਏ ਹੁੰਦੇ। ਹਾਂਜੀ, ਫਰਾਈਡੇ ਕੰਮ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਵੀਕਐਂਡ ਸ਼ੁਰੂ ਹੋ ਰਿਹਾ ਹੁੰਦਾ। ਕਹਿੰਦੇ ਇਹ 3 ਹੀ ਦਿਨ ਕੰਮ ਕਰਦੇ ਆ ਵੈਸੇ। ਹਾਂਜੀ, ਹੁਣ ਜਿਹੜੇ 4 ਦਿਨ ਵਾਲਿਆਂ ਨੇ ਕੰਮ ਕੀਤਾ ਹੈ, ਮੰਡੇ, ਟਿਊਜ਼ਡੇ, ਵੈਨਸਡੇ, ਜਿਹੜਾ ਫਰਾਈਡੇ ਹੈ ਨਾ, ਤੁਸੀਂ ਦੇਖੋ ਆਮ ਵੀ ਆਫਿਸਿਸ ਦੇ ਵਿੱਚ ਜਾ ਕੇ ਦੇਖੋ, ਬੰਦੇ ਟੁੱਟੇ ਫਿਰਦੇ ਆ।
ਕਾਫੀ ਜ਼ਿਆਦਾ ਟਾਇਰਡ ਨਜ਼ਰ ਆਉਂਦੇ ਆ, ਸਟ੍ਰੈਸਡ ਆਊਟ ਹੋਏ ਹੁੰਦੇ ਆ, ਕਿਉਂਕਿ ਉਹਨਾਂ ਨੂੰ ਜਿਹੜਾ ਜੋ ਵੀ ਪ੍ਰੋਡਕਟ ਉਹਨਾਂ ਨੇ ਬਣਾਉਣਾ ਆ, ਜੋ ਵੀ ਪ੍ਰੋਡਿਊਸ ਕਰਨਾ ਹੈ, ਉਹ ਤਾਂ 4 ਦਿਨ ਤਾਂ ਹੀ ਉਹ ਕੰਮ ਕਰ ਚੁੱਕੇ ਆ। ਹਾਂਜੀ। ਔਰ 4 ਦਿਨ 3 ਦਿਨ ਫਿਰ ਛੁੱਟੀਆਂ ਦੀ ਉਹਨਾਂ ਨੂੰ ਇਦਾਂ ਲੱਗਦਾ ਨਾ ਮੈਨੂੰ 3 ਦਿਨ ਲਗਾਤਾਰ ਛੁੱਟੀਆਂ ਹੋਣੀਆਂ, ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਰਿਲੈਕਸ ਹੋ ਲਵਾਂਗੇ। ਇਹਦਾ ਮਤਲਬ ਥਰਸਡੇ ਵੀ ਉਹਨਾਂ ਨੂੰ ਜ਼ਿਆਦਾ ਕੰਮ ਵੀ ਕਰਨ ਲਈ ਤਿਆਰ ਆ ਉਹ। ਹਾਂਜੀ। ਕਿਉਂਕਿ ਉਹਨਾਂ ਨੂੰ ਇਹ ਦੱਸਦਾ ਵੀ ਸਾਨੂੰ ਛੁੱਟੀਆਂ ਵੀ ਜ਼ਿਆਦਾ ਹੋਣੀਆਂ ਨਾ। ਹਾਂਜੀ। ਜੇ ਕਿਸੇ ਨੂੰ ਇਹ ਨਾ ਦਿਸਦਾ ਹੋਵੇ ਇਹਨੂੰ ਮੋਹਰੇ ਮੇਰੇ ਵੀ ਕੋਈ ਰਿਲੈਕਸੇਸ਼ਨ ਵੀ ਹੋਣੀ ਆ ਜਾਂ ਨਹੀਂ ਹੋਣੀ, ਤੇ ਉਹਦਾ ਇਹੀ ਹੋਣਾ। ਜੀ ਡਾਕਟਰ ਸਾਹਿਬ ਦੇਖੋ, ਹੁਣ ਜੇ ਕਿਸੇ ਨੂੰ ਦੇਖੇ ਨਹੀਂ ਰਿਹਾ ਹੈਗਾ, ਕਈ ਲੋਕ ਦੇਖੋ 6 ਦਿਨ ਕੰਮ ਕਰਦੇ, ਕਈ 7 ਦਿਨ ਵੀ ਕੰਮ ਕਰਦੇ ਹੈਗੇ ਆ, ਪਰ ਜਿਹੜੀ ਉਹਨਾਂ ਦੀ ਮਾਨਸਿਕ ਸਿਚੁਏਸ਼ਨ ਹੁੰਦੀ ਹੈ ਨਾ, ਮੈਂਟਲੀ ਤੌਰ ਤੇ ਉਹ ਇੰਨੇ ਕੁ ਜ਼ਿਆਦਾ ਟਾਇਰਡ ਹੋ ਚੁੱਕੇ ਹੁੰਦੇ ਆ ਨਾ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਹੁੰਦੀ ਵੀ ਉਹਨਾਂ ਦਾ ਚੱਲ ਕੀ ਰਿਹਾ। ਜਿੱਦਾਂ ਇੱਕ ਮਸ਼ੀਨ ਨਹੀਂ ਚੱਲਦੀ ਹੁੰਦੀ, ਉਹਨਾਂ ਨੂੰ ਇੰਨਾ ਪਤਾ ਹੁੰਦਾ ਕਿ ਉੱਠ ਕੇ ਮੈਂ ਆਹ ਸਾਰੇ ਕੰਮ ਕਰਨੇ ਜਾਂ ਮੈਂ ਡਿਊਟੀਜ਼ ਕਰਨੀਆਂ ਨੇ, ਪਰ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਦਾ ਫੋਕਸ ਜਾਂ ਉਹਨਾਂ ਦਾ ਜਿਹੜਾ ਮਾਈਂਡ ਆ ਉਹ ਨਹੀਂ ਕੰਮ ਕਰਦਾ ਹੈਗਾ ਜੇ ਤੁਸੀਂ ਪੂਰਾ ਹਫ਼ਤਾ ਹੀ ਲਗਾਤਾਰ ਹੀ ਕੰਮ ਕਰਦੇ ਹੋ। ਹੁਣ ਜਿਵੇਂ ਆਈਸਲੈਂਡ ਦੇ ਵਿੱਚ ਜਦੋਂ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੇ ਸੀ। ਪਾਰਟਿਕੂਲਰਲੀ ਉੱਥੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਇਸ 4 ਡੇ ਵਰਕ ਵੀਕ ਦੇ ਨਾਲ ਨਾ ਰੈਵਨਿਊ ਵੀ ਇਨਕਰੀਜ਼ ਹੋਇਆ, ਪ੍ਰੋਡਕਟਿਵਿਟੀ ਵਿੱਚ ਵੀ ਵਾਧਾ ਹੋਇਆ, ਤੇ ਜਿਹੜੇ ਆਫਿਸ ਦੇ ਵਿੱਚ ਮਾਹੌਲ ਆ ਉਹ ਵੀ ਬੜਾ ਵਧੀਆ ਰਿਹਾ। ਜਿਹੜੇ ਇੰਪਲੋਈਜ਼ ਹੈਗੇ ਇੱਕ ਦੂਜੇ ਨੂੰ ਉਤਸ਼ਾਹਿਤ ਕਰਦੇ ਸੀ ਕੰਮ ਕਰਨ ਦੇ ਲਈ, ਫਰੈਂਡਲੀ ਜਿਹੜਾ ਸੀਗਾ ਐਟਮੋਸਫੀਅਰ ਵੀ ਰਿਹਾ ਸੀ। ਦੇਖੋ, ਜੇ ਤੁਹਾਨੂੰ ਸਾਨੂੰ ਕੋਈ ਰਿਵਾਰਡ ਮਿਲਦਾ ਨਾ, ਤਾਂ ਉਹਦੇ ਲਈ ਬੰਦਾ ਖੁਸ਼ ਹੁੰਦਾ ਹੈ। ਤੁਹਾਡੇ ਕੋਲੇ ਮੋਟੀਵੇਸ਼ਨ ਆ ਜਾਂਦੀ ਹੈ। ਮੋਟੀਵੇਸ਼ਨ ਤਾਂ ਹੀ ਆਉਂਦਾ ਵੀ ਜੇ ਉਹਨੂੰ ਲੱਗਦਾ ਕਿ 5 ਦਿਨ ਕੰਮ ਕਰਦੇ ਹਨ, 2 ਦਿਨ ਦਾ ਵੀ ਰਿਵਾਰਡ ਆਏ। ਹਾਂਜੀ। 2 ਦਿਨ ਛੁੱਟੀਆਂ ਹੋਣੀਆਂ, ਹੁਣ 2 ਦੀ ਜਗ੍ਹਾ 3 ਦਿਨ ਹੋ ਜਾਣੀ, ਉਹ ਵੱਡਾ ਰਿਵਾਰਡ ਲੱਗਦਾ। ਹਾਂਜੀ। ਸੋ ਇਸ ਕਰਕੇ ਉਹਦੀ ਪ੍ਰੋਡਕਟਿਵਿਟੀ ਵੱਧ ਜਾਂਦੀ ਹੈ। ਜੀ ਬਿਲਕੁਲ। ਜਿਹੜੀਆਂ ਚੀਜ਼ਾਂ ਉਹਨੇ 5 ਦਿਨਾਂ 'ਚ ਕਰਨੀਆਂ ਨਾ, ਉਹ ਹੋ ਸਕਦਾ 3 'ਚ ਹੀ ਕਰ ਦੇਵੇ। ਹਾਂਜੀ। ਚੌਥੇ ਦਿਨ ਵੀ ਐਕਸਟਰਾ ਕਰ ਦੇਵੇ। ਹਾਂਜੀ। ਉਹ ਕਹਿੰਦੇ ਕਿ ਪ੍ਰੋਡਕਟਿਵਿਟੀ, ਕਈ ਕੰਪਨੀਆਂ ਤਾਂ ਇਹਨਾਂ ਵਿੱਚ ਇਹ ਕਹਿੰਦੀਆਂ ਕਿ ਪ੍ਰੋਡਕਟਿਵਿਟੀ ਸਾਡੀ ਐਕਚੁਅਲੀ ਵਧੀ ਆ। ਹਾਂਜੀ। ਔਰ ਦੂਸਰੀ ਵੱਡੀ ਗੱਲ ਉਹਨਾਂ ਨੇ ਇਹ ਨੋਟਿਸ ਕੀਤੀ ਕਿ ਕੁਆਲਿਟੀ ਵੀ ਵਧੀ ਉਹਦੀ। ਹਾਂਜੀ। ਇਹੀ ਗੱਲ ਨਹੀਂ ਕਿ ਤੁਸੀਂ ਕੰਮ ਕਰਦੇ ਹੋ, ਕੰਮ ਕਿੱਦਾਂ ਦਾ ਕਰਦੇ ਆ ਜੀ, ਉਹਦੀ ਕੁਆਲਿਟੀ ਚੰਗੀ ਹੋਣੀ ਚਾਹੀਦੀ। ਹਾਂਜੀ। ਕਿਉਂਕਿ ਅਸੀਂ ਜਿਹੜੇ ਹਿਊਮਨ ਬੀਇੰਗਸ ਆ ਨਾ, ਅਸੀਂ ਇਨਸਾਨ ਜਿਹੜਾ ਰੋਬੋਟ ਨਹੀਂ ਆ। ਇਨਸਾਨ ਕੋਈ ਕੰਪਿਊਟਰ ਨਹੀਂ ਆ। ਇਹਦੇ ਵਿੱਚ ਇਮੋਸ਼ਨਸ ਵੀ ਜੁੜੇ ਆ, ਸਾਡੀਆਂ ਕੋਗਨੀਟਿਵ ਐਬਿਲਿਟੀਜ਼ ਹੈਗੀਆਂ ਜਿਹੜੀਆਂ ਸਾਡੀਆਂ ਇਮੋਸ਼ਨਸ ਦੇ ਨਾਲ ਜੁੜੀਆਂ ਆ। ਹਾਂਜੀ। ਤਾਂ ਉਹਨਾਂ ਨੂੰ ਰਿਲੈਕਸ ਹੋਣ ਦੀ ਲੋੜ ਹੈ। ਜੀ ਬਿਲਕੁਲ। ਹੁਣ ਤਾਂ ਸਾਇੰਟੀਫਿਕ ਫੈਕਟ ਦੱਸਦੇ ਸਿੱਧਾ ਤਰੀਕੇ ਨਾਲ, ਨਿਊਰੋਲੋਜਿਸਟ ਦੀ ਜਿਹੜੀ ਲੇਟੈਸਟ ਸਟੱਡੀ ਆਈ ਹੈ, ਉਹ ਕਹਿੰਦੇ ਕਿ ਅਸੀਂ ਸ਼ਾਮ ਨੂੰ ਤਾਂ ਥੱਕੇ ਮਹਿਸੂਸ ਕਰਦੇ ਹਾਂ ਕਿ ਸਾਡੇ ਦਿਮਾਗ ਨੂੰ ਜਿਹੜੀਆਂ ਸਾਡੀ ਨਰਵਸ ਸਿਸਟਮ ਆ, ਇੰਨੇ ਮੈਸੇਜ ਭੇਜਦੀਆਂ ਲਗਾਤਾਰ, ਤੇ ਦਿਨ ਦੇ ਅਖੀਰ ਦੇ ਵਿੱਚ ਸਾਡਾ ਦਿਮਾਗ ਇਦਾਂ ਦਾ ਹੋ ਜਾਂਦਾ ਕਿ ਜਿੱਦਾਂ ਮੇਲਾ ਲੱਗਾ ਹੁੰਦਾ ਨਾ। ਜੀ ਡਾਕਟਰ ਸਾਹਿਬ। ਤੇ ਫਿਰ ਉਸ ਤੋਂ ਬਾਅਦ ਉਹ ਸੌਂਦਾ ਆ ਦਿਮਾਗ। ਹਾਂਜੀ। ਜਦੋਂ ਸੌਂਦਾ ਆ ਉਸ ਵੇਲੇ ਫਿਰ ਨਰਵ ਸਿਸਟਮ ਤੁਹਾਨੂੰ ਮੈਸੇਜ ਨਹੀਂ ਭੇਜਦਾ। ਜੀ। ਕਿਉਂਕਿ ਉਹ ਸਲੀਪ, ਜਿਹੜੀ ਡੀਪ ਸਲੀਪ ਹੁੰਦੀ ਆ, ਉਹਦੇ ਵਿੱਚ ਉਹ ਰਿਲੈਕਸ ਹੋਇਆ ਹੁੰਦਾ। ਸੋ ਇਸੇ ਕਰਕੇ ਸਵੇਰ ਨੂੰ ਉੱਠ ਕੇ ਜਦੋਂ ਤੁਸੀਂ ਕੰਮ ਕਰਦੇ ਆ, ਜੇ ਤੁਸੀਂ ਲਿਖਦੇ ਆ, ਖਾਸ ਤੌਰ ਤੇ ਲਿਖਣ ਲੱਗੇ ਨਾ, ਸਵੇਰ ਨੂੰ ਜਦੋਂ ਟਾਈਪ ਕਰਨ ਲੱਗਦੇ ਆ, ਤੁਸੀਂ ਕੰਪਿਊਟਰ ਤੇ ਜਾ ਕੇ ਬੈਠਦੇ ਆ, ਉਦੋਂ ਦਿਮਾਗ ਇੰਨਾ ਫਰੈਸ਼ ਹੁੰਦਾ। ਹਾਂਜੀ। ਤੁਸੀਂ ਕਾਹਲੀ ਫਟਾਫਟ ਜੋ ਕੰਮ ਕਰਨਾ ਹੁੰਦਾ ਕੰਮ ਕਰ ਦਿੰਦੇ ਆ। ਜੀ। ਪਰ ਉਹੀ ਕੰਮ ਤੁਸੀਂ ਸ਼ਾਮ ਨੂੰ ਕਰੋ ਤਾਂ ਉਹ ਸਮਝ ਹੀ ਨਹੀਂ ਆਉਂਦੀ ਮੈਂ ਅਗਲਾ ਸੈਂਟੈਂਸ ਲਿਖਣਾ ਕੀ ਹੈ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ। ਜੇ ਸਵੇਰੇ ਕੁਝ ਵੀ ਆਪਾਂ ਲਿਖਦੇ, ਇੱਕ ਤਾਂ ਉਦੋਂ ਮਾਈਂਡ ਇੰਨਾ ਫਰੈਸ਼ ਹੁੰਦਾ, ਇੱਕ ਤਾਂ ਕ੍ਰੀਏਟਿਵਿਟੀ ਕਾਫੀ ਜ਼ਿਆਦਾ ਹੁੰਦੀ ਆ, ਆਪਾਂ ਕਰਦੇ ਆ ਜਿਹੜਾ ਕੰਮ ਸਵੇਰੇ ਉੱਠ ਕੇ। ਪਰ ਜਿਹੜਾ ਸ਼ਾਮ ਤੱਕ ਆਪਾਂ ਇੰਨਾ ਕੁ ਜ਼ਿਆਦਾ ਐਗਜ਼ੌਸਟ ਹੋ ਚੁੱਕੇ ਹੁੰਦੇ ਆ ਨਾ, ਜਿਹੜਾ ਕੰਮ ਸਵੇਰ ਨੂੰ ਆਪਾਂ 1 ਘੰਟੇ ਵਿੱਚ ਕਰ ਦਿੰਦੇ, ਜੇ 1 ਘੰਟੇ 'ਚ ਅਸੀਂ ਕੋਈ ਵੀ ਆਰਟੀਕਲ ਲਿਖਦੇ ਆ, ਕੁਝ ਵੀ ਲਿਖਦੇ ਆ, ਤੇ ਆਪਾਂ ਜਿਹੜਾ ਸ਼ਾਮ ਨੂੰ ਜਦੋਂ ਉਹਨੂੰ ਲਿਖਣਾ ਸ਼ੁਰੂ ਕਰਦੇ, ਤੁਸੀਂ 4 ਘੰਟੇ ਵੀ ਬੈਠੇ ਰਹੋ ਨਾ, ਉਨਾ ਵਧੀਆ ਨਹੀਂ ਲਿਖ ਹੁੰਦਾ ਜਿੰਨਾ ਸਵੇਰ ਵਾਲੇ 1 ਘੰਟੇ ਵਿੱਚ ਲਿਖ ਹੋ ਜਾਂਦਾ। ਇੱਕ ਸ਼ੋਅ ਆਉਂਦਾ ਹੁੰਦਾ ਫਰੇਜ਼ਰ, ਇੱਥੇ ਸੀਐਟਲ ਬੇਸਡ ਸ਼ੋਅ ਆ, ਪਤਾ ਨਹੀਂ ਬਣਾਉਂਦੇ ਕਿੱਥੇ, ਪ੍ਰੋਡਿਊਸ ਕਿੱਥੇ ਕਰਦੇ ਆ। ਉਹ ਦੋਵੇਂ ਭਰਾ ਜਾ ਕੇ ਸ਼ਾਮ ਨੂੰ ਬਹਿ ਜਾਂਦੇ ਆ
ਪਹਿਲਾਂ ਤਾਂ ਸੋਚਦੇ ਆ ਘਰ ਵਿੱਚ ਕਿਤਾਬ ਲਿਖਣੀ, ਉਹਨਾਂ ਨੇ ਕਿਤਾਬ ਲਿਖਣ ਲੱਗਦੇ ਆ ਤਾਂ ਉਹਨਾਂ ਤੋਂ ਇੱਕ ਸੈਂਟੈਂਸ ਨਹੀਂ ਲਿਖ ਹੁੰਦਾ। ਉਹ ਜਾ ਕੇ ਹੋਟਲ ਦੇ ਵਿੱਚ ਕਮਰਾ ਲੈ ਕੇ ਤਾਂ ਉੱਥੇ ਬਹਿ ਜਾਂਦੇ। ਫਿਰ ਹੁਣ ਸ਼ਾਮ ਪਈ ਆ, ਦਿਨੇ ਉਹ ਇੱਕ ਰੇਡੀਓ ਤੇ ਕੰਮ ਕਰਕੇ ਖਤਮ ਕਰਕੇ ਆਇਆ, ਇੱਕ ਬੰਦਾ ਸਾਈਕੀਆਟ੍ਰਿਕ ਆ, ਉਹ ਆਪਣੇ ਕਲਾਇੰਟਸ ਨਾਲ ਡੀਲ ਕਰਕੇ ਆਇਆ, ਤੇ ਸ਼ਾਮ ਨੂੰ ਉਹਨਾਂ ਦੇ ਕੋਲੋਂ ਇੱਕ ਵੀ ਸੈਂਟੈਂਸ ਸ਼ੁਰੂ ਨਹੀਂ ਹੁੰਦਾ। ਫਿਰ ਉਹ ਸ਼ਰਾਬ ਮੰਗਵਾਉਣੀ ਸ਼ੁਰੂ ਕਰਦੇ ਆ ਤੇ ਅਖੀਰ ਦੇ ਵਿੱਚ ਉਹ ਦਿਖਾਉਂਦੇ ਰਾਤ ਦੇ 2-3 ਵਜੇ ਦੋ ਜਾਣੇ ਸ਼ਰਾਬੀ ਹੋਏ ਲੜਦੇ ਆ, ਤਾਂ ਉਹਨਾਂ ਨੇ ਸੈਂਟੈਂਸ ਹਾਲੇ ਤਾਂ ਮੇਰੀ ਖਤਮ ਨਹੀਂ ਕੀਤਾ ਜੀ। ਤੇ ਜੇ ਉਹ ਸਵੇਰ ਨੂੰ ਫਰੈਸ਼ ਉੱਠਦੇ ਆ ਤਾਂ ਫਿਰ ਉਹਨਾਂ ਨੂੰ ਫਟਾਫਟ ਚੇਤੇ ਆਉਂਦੀਆਂ ਗੱਲਾਂ ਵੀ ਆਹ ਵੀ ਲਿਖ ਸਕਦੇ ਆ, ਆਹ ਵੀ ਲਿਖ ਸਕਦੇ ਆ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਵੈਸੇ ਮੈਂ ਤਾਂ ਆਪ ਇਸ ਹੱਕ ਦੇ ਵਿੱਚ ਆ ਕਿ ਜਿਹੜਾ 4-day ਵਰਕ ਵੀਕ ਹੈਗਾ ਨਾ, ਇਹੀ ਹੋਣਾ ਚਾਹੀਦਾ, ਕਿਉਂਕਿ ਜਿੰਨੀਆਂ ਵੀ ਸਟੱਡੀਜ਼ ਆਈਆਂ ਨੇ, ਜਿੰਨੀਆਂ ਆਪਾਂ ਸਟੱਡੀਜ਼ ਦੇਖੀਆਂ, ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤੇ, ਇਹਦੇ ਵਿੱਚ ਆਪਾਂ ਇੰਪਰੂਵਮੈਂਟਸ ਹੀ ਦੇਖੀਆਂ ਹੈਗੀਆਂ ਨੇ। ਡਾਕਟਰ ਸਾਹਿਬ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਆਟਵਾ ਨੇ ਮਰਸੀਡੀਜ਼ ਬੈਂਜ਼ ਅਤੇ ਵੋਲਕਸਵੈਗਨ ਦੇ ਲਈ ਈਵੀ ਸੌਦੇ ਤੇ ਦਸਤਖਤ ਕਰ ਦਿੱਤੇ, ਜਿਹੜੀ ਈਵੀ ਡੀਲ ਹੈਗੀ ਆ ਉਹਦੇ ਤੇ ਸਾਈਨ ਕਰ ਦਿੱਤੇ ਹੈਗੇ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ, ਜਿਹੜੇ ਜਰਮਨ ਚਾਂਸਲਰ ਇੱਥੇ ਆਇਆ ਸੀ ਨਾ, ਉਹ ਆਇਆ ਸੀ ਗੈਸ ਲੈਣ। ਹਾਂਜੀ। ਕਿਉਂਕਿ ਇਸ਼ੂ ਬਣੀ ਹੈ ਜਰਮਨੀ ਵਾਲਿਆਂ ਲਈ ਕਿ ਰਸ਼ੀਆ ਵਾਲਿਆਂ ਨੇ ਉਹਨਾਂ ਦਾ ਗੈਸ ਬੰਦ ਕਰਤਾ। ਉਹਨਾਂ ਨੂੰ ਆਸ ਸੀ ਕਿ CNG ਅਸੀਂ ਇੱਥੋਂ ਸਪਲਾਈ ਕਰ ਦੇਵਾਂਗੇ। ਹੁਣ CNG ਦੇ ਵਿੱਚ ਦੋ ਪ੍ਰੋਬਲਮ ਪੈਂਦੀਆਂ। ਇੱਕ ਤਾਂ ਇਹ ਪ੍ਰੋਵਿੰਸ਼ੀਅਲ ਇਸ਼ੂ ਆ। ਪ੍ਰੋਵਿੰਸ਼ੀਅਲ ਜਿਹੜੀ ਵੀ CNG ਤੁਸੀਂ ਕਿਸੇ ਵੀ ਬੰਦਰਗਾਹ ਤੇ ਲੈ ਕੇ ਜਾਣੀ ਆ, ਉਹਦੇ ਲਈ ਪਾਈਪਲਾਈਨ ਚਾਹੀਦੀ ਹੈ। ਹਾਂਜੀ। ਉਹ ਬਿਲਡ ਕਰਨ ਲਈ ਫਿਰ ਆਟਵਾ ਕੀ ਇਹ ਪੈਸੇ ਦਊਗਾ ਜਾਂ ਨਾ ਦਊਗਾ। ਦੂਸਰਾ CNG এনवायरमेंटल ਗਰੁੱਪ ਉਹ ਫਿਊਲ ਸਮਝਦੇ ਆ ਕਿ ਉਹ ਕਹਿੰਦੇ ਕਿ ਇਹ ਫੋਸਲ ਫਿਊਲ ਆ, ਇਹਦੀ ਜਗ੍ਹਾ ਤੇ ਤੁਸੀਂ ਸੋਲਰ ਪਾਵਰ ਵਰਤੋ, ਇਹਦੀ ਜਗ੍ਹਾ ਤੇ ਤੁਸੀਂ ਵਿੰਡ ਪਾਵਰ ਵਰਤੋ। ਸੋ এনवायरमेंटल ਲੌਬੀ ਜਿਹੜੀ ਆ ਟਰੂਡੋ ਦੀ ਨਾ, ਹਾਂਜੀ, ਉਹ ਇਹਦੇ ਖਿਲਾਫ ਹੈ ਜੀ। ਸੋ ਇਸ ਕਰਕੇ ਜੋ ਕੁਝ ਲੈਣ ਆਏ ਸੀ ਚਾਂਸਲਰ ਸਾਹਿਬ ਉਹ ਤਾਂ ਦੇ ਨਹੀਂ ਸਕੇ। ਹਾਂਜੀ। ਤੇ ਉਸ ਤੋਂ ਬਾਅਦ ਜੇ ਵੈਸੇ ਨਾਰਮਲ ਲਾਈਫ ਦੇ ਵਿੱਚ ਦੋ ਕੰਪਨੀਆਂ ਜਿਹੜੀਆਂ ਕਾਰਾਂ ਬਣਾ ਰਹੀਆਂ, ਇਹ ਨਾਰਮਲ ਲਾਈਫ ਦੇ ਵਿੱਚ ਅੱਜ ਗੈਸ ਦੀ ਨਾ ਇਸ਼ੂ ਹੁੰਦੀ, ਪਹਿਲਾਂ ਨਾ ਰੌਲਾ ਪਿਆ ਹੁੰਦਾ। ਇਹ ਐਗਰੀਮੈਂਟ ਅੱਜ ਨਹੀਂ ਕਰਦੇ, ਸਾਰੀਆਂ ਕੰਪਨੀਆਂ ਦੁਨੀਆ 'ਚ ਕਰਦੀਆਂ। ਹਾਂਜੀ। ਜਿਹੜੀਆਂ ਇਲੈਕਟ੍ਰਿਕ ਕਾਰਾਂ ਬਣਾਉਂਦੇ ਆ, ਉਹਦੇ ਵਿੱਚ ਇਲੈਕਟ੍ਰਿਕ ਕਾਰਾਂ ਦੇ ਵਿੱਚ ਕੁਛ ਇੱਕ ਖਣਿਜ ਪਦਾਰਥ ਚਾਹੀਦੇ ਹੁੰਦੇ ਆ ਇਹਨਾਂ ਨੂੰ, ਨੈਚੁਰਲ ਤੇ ਉਹ ਕੈਨੇਡਾ ਦੇ ਕੋਲ ਕਾਫੀ ਆ। ਹੁਣ ਕੋਈ ਵੀ ਕੰਪਨੀ ਨੇ ਇਹ ਪਬਲਿਕ ਸਟੇਟਮੈਂਟ ਨਹੀਂ ਦੇਣ ਦੀ ਲੋੜ, ਉਹ ਖਰੀਦਣਗੇ, ਕੋਈ ਸਟੇਟਮੈਂਟ ਨਾ ਹੀ ਸਾਈਨ ਕਰਨ ਦੀ ਲੋੜ ਹੈ ਕੋਈ। ਤੇ ਅਸੀਂ ਤਾਂ ਉਹ ਵੇਚਦੇ ਆ ਇੰਟਰਨੈਸ਼ਨਲ ਮਾਰਕੀਟ ਤੇ। ਹਾਂਜੀ। ਤਾਂ ਉਹ ਲਈ ਸਪੈਸ਼ਲ ਐਗਰੀਮੈਂਟ ਦੀ ਕਰਨ ਦੀ ਕੋਈ ਲੋੜ ਨਹੀਂ। ਪਰ ਹੁਣ ਦਿਖਾਲਣਾ ਸੀ ਨਾ ਇਹਨਾਂ ਨੇ, ਚਾਂਸਲਰ ਆਇਆ, ਉਹਨੂੰ ਜੋ ਕੁਝ ਆਇਆ ਲੈਣ ਉਹ ਤਾਂ ਦਿੱਤਾ ਨਹੀਂ ਅਸੀਂ। ਤੋ ਇਹਨਾਂ ਨੇ ਇੱਕ ਬਹਾਨਾ ਬਣਾ ਕੇ ਦੋ ਕੰਪਨੀਆਂ ਦਾ ਜਰਮਨ ਦਾ ਕਿ ਇਹਨਾਂ ਨੇ ਇਲੈਕਟ੍ਰਿਕ ਕਾਰਾਂ ਬਣਾਉਣੀਆਂ ਤੇ ਉਹਨਾਂ ਇਲੈਕਟ੍ਰਿਕ ਕਾਰਾਂ ਦੇ ਲਈ ਜਿਹੜੀਆਂ ਬੈਟਰੀਜ਼ ਬਣਾਉਣੀਆਂ, ਉਹਨਾਂ ਲਈ ਜੋ ਕੁਝ ਨੈਚੁਰਲ ਪ੍ਰੋਡਕਟ ਸਾਡੇ ਕੈਨੇਡਾ ਦੇ ਵਿੱਚ ਆ, ਉਹਨਾਂ ਦਾ ਐਗਰੀਮੈਂਟ ਕੀਤਾ ਕਿ ਅਸੀਂ ਦੇਵਾਂਗੇ ਇਹਨਾਂ ਨੂੰ। ਹਾਂਜੀ। ਤੇ ਜੇ ਨਾ ਐਗਰੀਮੈਂਟ ਹੁੰਦਾ ਫਿਰ ਤੁਸੀਂ ਦੇਣੇ ਨਹੀਂ ਸੀ। ਮਤਲਬ ਕਿ ਦਿਖਾਉਣ ਦੇ ਲਈ ਇਹਨਾਂ ਨੇ ਹੁਣ ਇਹ ਕੀਤਾ ਹੈਗਾ, ਕਿਉਂਕਿ ਹਰ ਇੱਕ ਜਗ੍ਹਾ ਤੇ ਹੁਣ ਇਹ ਨਿਊਜ਼ ਦੇ ਵਿੱਚ ਆਇਆ ਕਿ ਆਟਵਾ ਨੇ ਕੀਤਾ ਹੈਗਾ ਆ ਇਹ ਜਿਹੜੀ ਡੀਲ ਸਾਈਨ ਕੀਤੀ ਹੈਗੀ ਆ। ਦੇਖੋ, ਨਿਊਜ਼ ਮੀਡੀਆ ਨੂੰ ਵੀ ਤਾਂ ਖਬਰਾਂ ਚਾਹੀਦੀਆਂ ਹੁੰਦੀਆਂ ਨਾ। ਉਹ ਵੀ ਦੇਖਦੇ ਆ ਵੀ ਇਹ ਇੱਥੇ ਆਏ ਆ ਗੈਸ ਲੈਣ। ਹਾਂਜੀ। ਗੈਸ ਤਾਂ ਇਹਨਾਂ ਨੇ ਦਿੱਤੀ ਨਹੀਂ। ਹਾਂਜੀ। ਗੈਸ ਨਹੀਂ ਦਿੱਤੀ, ਡਰਦੇ ਆ এনवायरमेंटल ਲੌਬੀ ਤੋਂ, ਵੋਟਾਂ ਦੀ ਇਸ਼ੂ ਆ, ਡੈਮੋਕ੍ਰੇਸੀ ਆ। ਹਾਂਜੀ। ਕੱਲ ਨੂੰ ਵੋਟਾਂ ਆ ਗਈਆਂ ਤਾਂ ਇਹਨਾਂ ਦਾ ਜਿਹੜਾ এনवायरमेंटल ਧੜਾ ਆ ਉਹਨੂੰ ਕੀ ਜਵਾਬ ਦੇਣਗੇ? ਹਾਂਜੀ। ਸੋ ਹੁਣ ਇੱਕ ਐਗਰੀਮੈਂਟ ਕੰਪਨੀਆਂ ਦੇ ਨਾਲ ਕਰਕੇ, ਜਿਹੜਾ ਕਿ ਕੋਈ ਪਬਲਿਕ ਕਰਨ ਦੀ ਲੋੜ ਨਹੀਂ ਹੈ। ਕੰਪਨੀਆਂ ਇਦਾਂ ਹੀ ਖਰੀਦਦੀਆਂ, ਅਸੀਂ ਇੰਟਰਨੈਸ਼ਨਲ ਮਾਰਕੀਟ ਤੇ ਵੇਚਦੇ ਹਾਂ। ਇਹ ਇਕੱਲੀਆਂ ਦੋ ਕੰਪਨੀਆਂ ਨੂੰ ਨਹੀਂ ਦੇਣਾ, ਦੁਨੀਆ ਦੀਆਂ ਸਾਰੀਆਂ ਕੰਪਨੀਆਂ ਨੂੰ ਦਿੰਦੇ ਅਸੀਂ। ਤੁਸੀਂ ਬੈਟਰੀਜ਼ ਬਣਾਉਣੀਆਂ, US ਵਾਲਿਆਂ ਨੇ ਹੁਣ ਬੈਟਰੀਜ਼ ਬਣਾਉਣੀਆਂ, ਉਹਨਾਂ ਨੇ ਇਲੈਕਟ੍ਰਿਕ ਕਾਰਾਂ ਤੇ 12,000 ਦੀ ਸਬਸਿਡੀ ਦਿੱਤੀ ਹੈ, ਉਹਨਾਂ ਨੂੰ ਵੀ ਦੇਣਾ ਹੀ ਹੈ ਪ੍ਰੋਡਕਟ, ਇੱਥੋਂ ਜਾਣੇ ਆ। ਤੇ ਇਹ ਹੈਗੀ ਹੈ ਖਬਰ, ਇੱਕ ਖਬਰ ਬਣਾਉਣ ਲਈ ਐਗਰੀਮੈਂਟ ਕੀਤਾ ਹੈ। ਹਾਂਜੀ। ਹੋਰ ਇਹਦਾ ਕੋਈ ਮਕਸਦ ਨਹੀਂ ਜੀ। ਡਾਕਟਰ ਸਾਹਿਬ, US ਹਾਊਸ ਸਪੀਕਰ
ਨੈਂਸੀ ਪੈਲੋਸੀ ਦੇ ਹਸਬੈਂਡ ਦਾ ਜਿਹੜਾ ਕੇਸ ਸੀ ਕੈਲੀਫੋਰਨੀਆ ਦੇ ਵਾਈਨ ਕੰਟਰੀ ਦੇ ਵਿੱਚ ਉਹਦੇ ਨਾਲ ਸੰਬੰਧਿਤ ਉਹਨਾਂ ਨੂੰ ਹੁਣ ਦੋਸ਼ੀ ਮੰਨਿਆ ਗਿਆ ਤੇ ਉਹਨਾਂ ਨੂੰ 5 ਦਿਨ ਦੀ ਜੇਲ੍ਹ ਤੇ 3 ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਆ। ਪਹਿਲਾਂ ਤਾਂ ਇਸ ਕੇਸ ਦੇ ਬਾਰੇ ਸਾਡੇ ਸਰੋਤਿਆਂ ਨੂੰ ਡਿਟੇਲ ਦੇ ਵਿੱਚ ਦੱਸੋ। ਤੁਹਾਨੂੰ ਯਾਦ ਹੋਣਾ ਜਦੋਂ ਨੈਂਸੀ ਪੈਲੋਸੀ ਗਏ ਆ ਤਾਇਵਾਨ ਨੂੰ, ਹਾਂਜੀ, ਉਸ ਵੇਲੇ ਆਹ ਇਸ਼ੂ ਲੁਕਾਉਣ ਨੂੰ ਗਏ ਸੀ ਨਾ, 2 ਚਾਰਜ ਲੱਗੇ ਆ। ਇੱਕ ਤਾਂ DUI ਦਾ, ਸ਼ਰਾਬ ਪੀਤੀ ਸੀ, ਉਹ ਕਾਰ ਚਲਾ ਰਹੇ ਸੀ। ਦੂਸਰਾ ਉਹਨਾਂ ਤੇ ਚਾਰਜ ਅਜੇ ਕੋਰਟ ਦੇ ਵਿੱਚ ਆਵੇ ਚਾਹੇ ਨਾ ਆਵੇ ਪਤਾ ਨਹੀਂ ਹੈ, ਪਰ ਇਹ ਚਾਰਜ ਲੱਗਾ ਸੀ ਕਿ ਇਸ ਬੰਦੇ ਨੇ ਕੁਛ ਕੁ ਸਟਾਕਸ ਖਰੀਦ ਲਏ, ਕਿਉਂਕਿ ਉਹ ਇਨਫੋਰਮੇਸ਼ਨ ਨੈਂਸੀ ਪੈਲੋਸੀ ਦੇ ਕੋਲ ਸੀ ਕਿ ਉਹਨਾਂ ਨੇ ਕੋਈ ਲਾਅ ਪਾਸ ਕਰਨਾ ਸੀ ਕਾਂਗਰਸ ਦੇ ਵਿੱਚ। ਇਹ ਕਾਂਗਰਸ ਨੇ ਜਦੋਂ ਲਾਅ ਪਾਸ ਕਰਨਾ ਹੁੰਦਾ ਤਾਂ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ, ਔਰ ਇਨਫੋਰਮੇਸ਼ਨ ਬਾਹਰਲੇ ਬੰਦਿਆਂ ਨੂੰ ਨਹੀਂ ਦਿੰਦੇ ਉਹ। ਹਾਂਜੀ, ਚਾਹੇ ਵੀ ਤੁਹਾਡਾ ਹਸਬੈਂਡ ਹੋਵੇ, ਚਾਹੇ ਤੁਹਾਡਾ ਫਾਦਰ ਹੋਵੇ, ਕਿਸੇ ਨੂੰ ਵੀ ਤੁਸੀਂ ਇਨਫੋਰਮੇਸ਼ਨ ਨਹੀਂ ਦੇ ਸਕਦੇ, ਕੌਨਫੀਡੈਂਸ਼ੀਅਲ ਹੁੰਦਾ, ਕੌਨਫੀਡੈਂਸ਼ੀਅਲ ਹੈ। ਤੇ ਇਹਨਾਂ ਨੇ ਕਿਹਾ ਵੀ ਇਸ ਬੰਦੇ ਨੇ 1 ਮਿਲੀਅਨ ਸਟਾਕ ਖਰੀਦੇ ਆ ਕਿਸੇ ਕੰਪਨੀ ਦੇ, ਜਿਨ੍ਹਾਂ ਨੂੰ ਫਾਇਦਾ ਹੋਣਾ ਸੀ, ਜਿਨ੍ਹਾਂ ਦੇ ਸਟਾਕ ਤਾਂ ਨੂੰ ਜਾਣੇ ਸੀ। ਤੇ ਉਹਦੇ ਵਿੱਚ ਨੈਂਸੀ ਪੈਲੋਸੀ ਨੇ ਕੀ ਰੋਲ ਅਦਾ ਕੀਤਾ ਹੈ? ਉਹ ਨੈਂਸੀ ਪੈਲੋਸੀ ਨੇ ਤਾਂ ਓਬਵੀਅਸਲੀ ਇਹੀ ਕਹਿਣਾ ਸੀ ਕਿ ਨਹੀਂ, ਮੈਂ ਨਹੀਂ ਦੱਸਿਆ। ਸਪੈਕੂਲੇਸ਼ਨ ਉਹ ਲਾ ਨਹੀਂ ਸਕਦਾ, ਇੰਨੇ ਜ਼ਿਆਦਾ ਸਟਾਕ ਖਰੀਦੇ, ਤਾਂ ਉਹਦੇ ਵਿੱਚ ਫਾਇਦਾ ਹੋਣਾ। ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਜਾਂ ਨਹੀਂ ਕੀਤੀ ਜਾਊਗੀ, ਇਹਨਾਂ ਦੀ ਮੈਜੋਰਟੀ ਹੈ। ਇਹਨਾਂ ਨੇ ਕਮ ਸੇ ਕਮ ਕਾਂਗਰਸ ਦੇ ਵਿੱਚ ਤਾਂ ਨਹੀਂ ਇਸ ਵੇਲੇ ਹੋਣ ਦਿੰਦੇ। ਹਾਂ, ਨਵੰਬਰ ਦੀਆਂ ਇਲੈਕਸ਼ਨਾਂ ਤੋਂ ਬਾਅਦ ਸ਼ਾਇਦ ਇਹ ਇਸ਼ੂ ਮੁੜ ਕੇ ਆ ਜਾਵੇ ਦੁਬਾਰਾ, ਪਰ ਡਰਿੰਕਿੰਗ ਡਰਾਈਵਿੰਗ ਦੇ ਵਿੱਚ ਜ਼ਰੂਰ ਚਾਰਜ ਲਾਤਾ ਉਹਨਾਂ ਨੇ। ਹਾਂਜੀ, 5 ਦਿਨ ਹੀ ਜੇਲ੍ਹ 'ਚ ਭਾਵੇਂ ਕੱਟਣੇ ਆ, ਪਰ ਕੱਟਣੇ ਤਾਂ ਪੈਣੇ ਨਾ। ਹਾਂਜੀ ਡਾਕਟਰ ਸਾਹਿਬ, ਜਿਹੜੀ ਜੇਲ੍ਹ ਆ, ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਹੈ, ਚਾਹੇ ਤੁਸੀਂ ਉੱਥੇ 1 ਘੰਟਾ ਵੀ ਕਿਸੇ ਨੂੰ ਕੱਟਣਾ ਪੈ ਜਾਵੇ ਤਾਂ ਉਹਨੂੰ ਪੁੱਛੋ। ਖਾਸ ਤੌਰ ਤੇ ਇਹਨਾਂ ਬੰਦਿਆਂ ਲਈ ਜਿਹੜੇ ਮਹਾਰਾਜਾ ਵਾਂਗੂ ਰਹਿੰਦੇ ਨਾ, ਇਹਨਾਂ ਨੂੰ ਜੇਲ੍ਹ ਬੜੀ ਔਖੀ ਲੱਗਦੀ। ਹਾਂਜੀ ਬਿਲਕੁਲ ਡਾਕਟਰ ਸਾਹਿਬ। ਡਾਕਟਰ ਸਾਹਿਬ ਕਹਿੰਦੇ ਹੁੰਦੇ ਆ ਕਿ ਜਿਹੜਾ ਵਕਤ ਆ ਇਹ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ, ਇਹ ਬਦਲ ਜਾਂਦਾ। ਤੇ ਹੁਣ ਆਪਾਂ ਗੱਲ ਕਰਦੇ ਹੈਗੇ ਆ ਜੀ ਅਫਰੀਕਾ ਦੀ। ਅਫਰੀਕਾ ਜਿਹੜਾ ਕਿਸੇ ਸਮੇਂ ਕਲੋਨੀਅਲ ਐਮਪਾਇਰ ਦਾ ਹਿੱਸਾ ਸੀ ਤੇ ਉਦੋਂ ਇਹ ਗੱਲ ਸੁਣਦਾ ਸੀ ਬਾਕੀ ਦੇਸ਼ਾਂ ਦੀ, ਤੇ ਹੁਣ ਜਿੱਦਾਂ ਫਰਾਂਸ ਵਾਲੇ ਉਹਨਾਂ ਨੂੰ ਕਹਿੰਦੇ ਆ ਸੈਂਕਸ਼ਨ ਲਾਉਣ ਦੇ ਲਈ, ਤੇ ਉਹ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕੀ ਕਹਿਣਾ ਚਾਹੋਗੇ? ਮੈਕਰੋਨ ਸਾਹਿਬ ਫ੍ਰੈਂਚ ਪ੍ਰੈਜ਼ੀਡੈਂਟ ਗਏ ਨੇ ਕੈਮਰੂਨ ਦੇ ਵਿੱਚ। ਹਾਂਜੀ, ਸੋ ਕਿਸੇ ਜ਼ਮਾਨੇ ਦੇ ਵਿੱਚ ਫ੍ਰੈਂਚ ਕਲੋਨੀਅਲ ਅੰਪਾਇਰ ਦੀ, ਬ੍ਰਿਟਿਸ਼ ਕਲੋਨੀਅਲ ਅੰਪਾਇਰ ਦੀ ਲੰਡਨ ਤੇ ਪੈਰਿਸ ਤੋਂ ਵਿੱਚੋਂ ਹੀ ਚੱਲਦੀ ਹੁੰਦੀ ਸੀ। ਹੁਣ ਇੰਡੀਪੈਂਡੈਂਟਲੀ ਜਿਹੜੇ ਅਫਰੀਕਾ ਦੇ ਕਿਸੇ ਵੀ ਨੇਸ਼ਨ ਨੇ ਪਹਿਲਾਂ 2 ਗੱਲਾਂ ਕੀਤੀਆਂ ਨਾ, ਇਹ ਤਾਂ ਸੈਂਕਸ਼ਨ ਦੀ ਗੱਲ ਕਰਦੇ ਆ। ਹਾਂਜੀ, ਉਹਨਾਂ ਨੇ ਅਜੇ ਤਾਈਂ ਕਿਸੇ ਨੇ ਇਹ ਨਹੀਂ ਕਿਹਾ ਬਈ ਰਸ਼ੀਆ ਵਾਲਿਆਂ ਨੇ ਮਿਲਟਰੀ ਹਮਲਾ ਕੀਤਾ ਹੈ। ਹਾਂਜੀ, ਖੁੱਲ ਕੇ ਨਹੀਂ ਗਿਆ ਉਹਨਾਂ ਨੇ, ਕਿਸੇ ਨੇ ਇਹ ਦੇ ਰਿਫਿਊਜ਼ਡ ਐਕਚੁਅਲੀ ਜੀ। ਤੇ ਦੂਸਰੀ ਗੱਲ ਸੈਂਕਸ਼ਨ ਦੀ ਗੱਲ ਕਰਦੇ ਆ, ਉਹਨਾਂ ਨੂੰ ਵੀ ਇੰਡੀਆ ਵਾਲਿਆਂ ਵਾਂਗੂ ਮੌਜ ਲੱਗੀ ਆ। ਉਹ ਕਹਿੰਦੇ ਕਿ ਹੁਣ ਤਾਂ ਚੀਜ਼ਾਂ ਸਸਤੀਆਂ ਹੋਈਆਂ ਸਾਨੂੰ। ਹਾਂਜੀ, ਤੇਲ ਲੈਨੇ ਆ, ਗੈਸ ਲੈਨੇ ਇਹਨਾਂ ਦੇ ਕੋਲੋਂ, ਹੋਰ ਚੀਜ਼ਾਂ ਲੈਨੇ ਆ, ਉਹ ਮਾਰਕੀਟ ਰੇਟ ਨਾਲੋਂ ਸਾਨੂੰ ਘੱਟ ਦਿੰਦੇ ਆ। ਤੇ ਵੈਸੇ ਵੀ ਉਹਨਾਂ ਨੂੰ ਇਹ ਕਿਹਾ ਆ ਵੀ ਤੁਸੀਂ ਰੂਬਲ ਦੇ ਨਾਲ ਟ੍ਰੇਡ ਕਰ ਸਕਦੇ ਆ, ਤੁਹਾਨੂੰ US ਡਾਲਰ ਦੀ ਲੋੜ ਨਹੀਂ ਹੈ। ਸੋ ਕੈਮਰਨ ਸਾਹਿਬ ਪਹਿਲਾਂ UK ਦੇ ਪ੍ਰਾਈਮ ਮਿਨਿਸਟਰ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਦੁਖੀ ਹੋਏ ਬੈਠੇ ਆ। ਇਹ ਜਾਣਾ ਚਾਹੁੰਦੇ ਸੀ ਅਫਰੀਕਾ ਦੇ ਵਿੱਚ, ਪਰ ਇਹ ਗਏ ਨਹੀਂ, ਕਿਸੇ ਵੀ ਮੁਲਕ ਨੇ ਇਹਨਾਂ ਨੂੰ ਹਾਂ ਨਹੀਂ ਕੀਤੀ। ਉਹ ਕਹਿੰਦੇ ਕਿ ਤੁਸੀਂ ਆ ਸਕਦੇ ਆ, ਪਰ ਇਹ ਸਾਨੂੰ ਲੈਕਚਰ ਨਾ ਦਿਓ ਇੱਥੇ। ਹਾਂਜੀ, ਕਿਉਂਕਿ ਜੇ ਜੋ ਕੁਝ ਅਸੀਂ ਕਰਨਾ ਜਾਂ ਨਹੀਂ ਕਰਨਾ ਉਹ ਅਸੀਂ ਦੇਖਣਾ ਹੁਣ ਆਪਣੀ ਫੋਰਨ ਪਾਲਿਸੀ ਦੇ ਹਿਸਾਬ ਨਾਲ ਜੀ। ਹਾਂ, ਜੇ ਤੁਸੀਂ ਪੈਸੇ ਦੇ ਜਾਣੇ ਆ ਤਾਂ ਫੇਰ ਹੋ ਸਕਦਾ ਅਲੱਗ ਗੱਲ ਹੈ। ਜੇ ਕਿਸੇ ਇੱਕ ਦੇਸ਼ ਨੂੰ $2 ਬਿਲੀਅਨ ਬਚਦਾ ਹੈ ਅੱਜ ਰਸ਼ੀਆ ਨਾਲ ਟ੍ਰੇਡ ਕਰਨ ਦਾ, 4 ਬਿਲੀਅਨ ਅਮਰੀਕਾ ਵਾਲੇ ਦੇ ਜਾਣ ਫੇਰ ਤਾਂ ਠੀਕ ਹੈ ਜੀ। ਪਰ ਤੁਸੀਂ ਮੁਫਤ ਦੇ ਵਿੱਚ ਹੀ ਆਪਣੇ ਸਾਨੂੰ ਦੱਸਣ ਲਾਉਣੇ ਆ, ਸਾਨੂੰ ਤੁਹਾਡੀ ਸਲਾਹ ਦੀ ਲੋੜ ਨਹੀਂ ਹੈ। ਹਾਂਜੀ, ਪੈਸੇ ਦੇਣੇ ਜੁਦੀ ਗੱਲ ਹੈ। ਹਾਂਜੀ, ਸੋ ਇਸ ਕਰਕੇ ਹੁਣ ਕੈਮਰਨ ਸਾਹਿਬ ਉੱਥੇ ਗਏ ਆ ਤੇ ਉਹਨਾਂ ਨੂੰ ਇਹ ਵੀ ਖਦਸ਼ਾ ਲੱਗਦਾ ਕਿ ਇੱਕ ਜ਼ਮਾਨੇ ਦੇ ਵਿੱਚ ਅਸੀਂ ਪੈਰਿਸ ਬੈਠੇ ਜਿਹੜੀ ਗੱਲ ਚਲਾਉਂਦੇ ਹੁੰਦੇ ਸੀ ਉਹ ਚੱਲਦੀ ਸੀ,
ਹੁਣ ਉਹੀ ਲੀਡਰ ਜਿਹੜੇ ਆ ਉਹ ਸੁਣਦੇ ਨਹੀਂ। ਹਾਂਜੀ, ਉਹ ਕਮ ਸੇ ਕਮ ਉਹਨਾਂ ਨੇ ਇਹਨਾਂ ਨੂੰ ਉਤਰਨ ਦੇ ਦਿੱਤਾ। ਯੂਕਰੇਨ ਵਾਲਿਆਂ ਤਾਂ ਇਦੋਂ ਵੀ ਤੰਗ ਆਏ ਆ। ਉਹ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਬੈਲਜੀਅਮ ਵਾਲਾ ਨਹੀਂ ਆ ਸਕਦਾ, ਨੈਦਰਲੈਂਡ ਵਾਲਾ ਨਹੀਂ ਆ ਸਕਦਾ, ਹਾਂਜੀ, ਜਰਮਨੀ ਵਾਲਾ ਨਹੀਂ ਆ ਸਕਦਾ। ਹਾਂਜੀ, ਕਮ ਸੇ ਕਮ ਅਫਰੀਕਾ ਵਾਲਿਆਂ ਨੇ ਸਦਾਚਾਰ ਤਾਂ ਦਿਖਾ ਲਿਆ ਨਾ। ਜੀ ਬਿਲਕੁਲ। ਉਹਨਾਂ ਨੇ ਕਿਹਾ ਵੀ ਆਓ, ਸਾਨੂੰ ਲੈਕਚਰ ਨਾ ਦਿਓ। ਹਾਂਜੀ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਆਓ ਆਟ ਕੇ ਸਦਭਾਵਨਾ ਦੀ ਗੱਲਬਾਤ ਕਰੋ, ਪਰ ਲੈਕਚਰ ਨਹੀਂ ਦੇਣਾ ਹੈਗਾ। ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਟਰਕੀ ਦੇ ਫੋਰਨ ਮਿਨਿਸਟਰ ਦਾ ਕਹਿਣਾ ਕਿ ਜਿਹੜਾ ਵੈਸਟ ਵਾਲੇ ਹੈਗੇ ਆ, ਇਹ ਜਿਹੜਾ ਰਸ਼ੀਆ ਯੂਕਰੇਨ ਕੌਨਫਲਿਕਟ ਆ, ਇਹਨੂੰ ਡਰੈਗ ਕਰਨਾ ਚਾਹੁੰਦੇ ਨਹੀਂ ਹੈਗੇ ਵੀ ਉੱਥੇ ਕੋਈ ਸ਼ਾਂਤੀ ਦੀ ਗੱਲ ਹੋਵੇ ਤੇ ਉਹ ਖਤਮ ਹੋਵੇ ਜਿਹੜਾ ਉਹਨਾਂ ਦੀ ਉੱਥੇ ਲੜਾਈ ਚੱਲ ਰਹੀ ਹੈਗੀ ਆ। ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਆ, ਕਹਿੰਦੇ ਕਿ ਇਹ ਤਾਂ ਜਿਹੜਾ ਗ੍ਰੇਨ ਉੱਥੋਂ ਆਉਣ ਵਾਲਾ ਸੀ ਉਸ ਐਗਰੀਮੈਂਟ ਨੂੰ ਵੀ ਇਹਨਾਂ ਨੇ ਤਾਂ ਸਾਬੋਟਾਜ ਕੀਤਾ ਆ। ਕੀ ਕਹਿਣਾ ਚਾਹੋਗੇ? ਦੇਖੋ, ਇੱਕ ਨੇਟੋ ਕੰਟਰੀ ਵੱਲੋਂ ਆਪਣੇ ਹੀ ਨੇਟੋ ਭਰਾਵਾਂ ਦੀ ਨੁਕਤਾਚੀਨੀ ਕਰਨੀ, ਇਹ ਬੜੀ ਮਾਰਕੇ ਦੀ ਗੱਲ ਹੈ ਨਾ। ਹਾਂਜੀ, ਨੇਟੋ ਕੰਟਰੀ ਹੈ ਔਰ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਲੈਣ ਲਈ ਉਹਨਾਂ ਨੇ ਐਪਲੀਕੇਸ਼ਨ ਕੀਤੀ ਹੈ। ਹਾਂਜੀ, ਔਰ ਇਹਨਾਂ ਦੇ ਅਲਾਈਅੰਸ ਪਾਰਟਨਰ ਹੈ ਉਹ। ਹਾਂਜੀ, ਉਹ ਇਹ ਕਹਿ ਰਹੇ ਕਿ ਨੇਟੋ ਦੇ ਯੂਐਸ ਤੇ ਉਹਨਾਂ ਦੇ ਸਾਥੀ ਜਿਹੜੇ ਯੂਰਪੀਅਨ ਯੂਨੀਅਨ ਵਾਲੇ ਆ, ਇਹ ਸਾਰੇ ਇਹ ਚਾਹੁੰਦੇ ਆ ਕਿ ਯੂਕਰੇਨ ਦੀ ਲੜਾਈ ਖਤਮ ਨਾ ਹੋਵੇ। ਹਾਂਜੀ, ਇਹ ਇਹਨਾਂ ਦੇ ਹਿੱਤ ਦੇ ਵਿੱਚ ਆ ਗਿਆ ਕਿ ਨਾਰਮਲੀ ਇਹ ਚਾਹੁੰਦੇ ਆ ਅਸੀਂ ਕਿ ਪੀਸ ਹੋਵੇ, ਅਸੀਂ ਤਾਂ ਇਹ ਚਾਹੁੰਦੇ ਆ ਸ਼ਾਂਤੀ ਹੋਵੇ ਤਾਂ ਕਿ ਅਸੀਂ ਦੋਹਾਂ ਦੇਸ਼ਾਂ ਦੇ ਨਾਲ ਵਪਾਰ ਕਰ ਸਕੀਏ। ਪਰ ਨੇਟੋ ਵਾਲੇ ਇਹ ਨਹੀਂ ਚਾਹੁੰਦੇ ਜੀ। ਅੱਛਾ, ਇਹ ਤਾਂ ਗੱਲ ਜੱਗ ਜ਼ਾਹਰ ਹੋ ਚੁੱਕੀ ਆ। ਹੁਣ ਨੇਟੋ ਵਾਲੇ ਖੁਦ ਵੀ ਕਹਿੰਦੇ ਆ ਕਿ ਅਸੀਂ ਉੱਥੇ ਅੱਗ ਲਾਉਣ ਲਈ ਆ ਬੈਠੇ। ਪਰ ਦੂਜੀ ਵੱਡੀ ਗੱਲ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਹੁਣ ਦੇਖੋ ਕਿ ਕੱਲ ਹਾਲੇ ਜ਼ੈਲੈਂਸਕੀ ਸਾਹਿਬ ਬੈਠੇ ਸੀ ਉੱਥੇ ਟਰਕੀ ਦੇ ਪ੍ਰਾਈਮ ਮਿਨਿਸਟਰ ਦੇ ਨਾਲ, ਤੇ UN ਦਾ ਜਿਹੜਾ ਸੈਕਟਰੀ ਜਨਰਲ ਆ ਉਹ ਵੀ ਗਿਆ ਸੀ, ਉਹਨਾਂ ਦੇ ਯੂਕਰੇਨ ਦੇ ਵਿੱਚ ਗਏ ਸੀ ਦੋਵੇਂ ਜਾਣੇ, ਉਹਨਾਂ ਦੇ ਨਾਲ ਮੀਟਿੰਗਸ ਕਰ ਰਹੇ ਸੀ। ਟਰਕੀ ਵਾਲਿਆਂ ਨੇ ਉਹਨਾਂ ਨੂੰ ਟੇਬਲ ਦਿੱਤਾ ਆ ਉੱਥੇ ਟਰਕੀ ਦੇ ਵਿੱਚ ਕਿ ਰਸ਼ੀਆ ਵਾਲੇ ਡਿਪਲੋਮੈਟਸ ਤੇ ਯੂਕਰੇਨ ਵਾਲੇ ਡਿਪਲੋਮੈਟਸ, ਲੜਾਈ ਭਾਵੇਂ ਹੁੰਦੀ ਵੀ ਆ ਪਰ ਤੁਸੀਂ ਗੱਲਾਂ ਬਾਤਾਂ ਕਰੀ ਚੱਲੋ। ਹਾਂਜੀ, ਇੱਕ ਵੱਡੀ ਆਈ ਸੀ ਗੱਲ ਕਿ ਦੁਨੀਆ ਭਰ ਦਾ ਅਨਾਜ ਜਿਹੜਾ 30% ਜਿਹੜਾ ਅਨਾਜ ਦੁਨੀਆ ਦੇ ਵਿੱਚ ਯੂਕਰੇਨ ਦੇ ਵਿੱਚੋਂ ਜਾਂਦਾ। ਹਾਂਜੀ, ਉੱਥੇ ਵਿੱਚ ਹੁਣ ਪ੍ਰਾਪੇਗੈਂਡਾ ਕਰਨ ਲਈ ਵੈਸਟਰਨ ਯੂਰਪੀਅਨ ਤੇ ਅਮਰੀਕਾ ਵਾਲੇ ਇਹੀ ਕਹਿੰਦੇ ਸੀ ਕਿ ਦੇਖੋ ਅਨਾਜ ਜਾਂਦਾ ਨਹੀਂ ਇੱਥੋਂ, ਲੋਕੀ ਭੁੱਖੇ ਮਰੀ ਜਾਂਦੇ ਆ, ਖਾਸ ਤੌਰ ਤੇ ਅਫਰੀਕਾ ਦੇ ਵਿੱਚ। ਹਾਂਜੀ, ਤੇ ਉੱਥੇ ਭੇਜ ਹੀ ਨਹੀਂ ਸੀ ਰਹੇ। ਨਹੀਂ, ਪਹਿਲੀ ਇਸ਼ੂ ਬਣੀ ਹੈ ਜਿਹੜੀ ਇਹਨਾਂ ਨੇ ਖਾਸ ਤੌਰ ਤੇ ਟਰਕੀ ਦੇ ਫੋਰਨ ਮਿਨਿਸਟਰ ਨੇ ਕਹੀ ਹੈ। ਉਹ ਕਹਿੰਦੇ ਕਿ ਇਹਦੇ ਜਿਹੜੇ ਬੰਦੇ ਰੌਲਾ ਪਾਉਂਦੇ ਆ ਨਹੀਂ ਉੱਥੋਂ ਅਨਾਜ ਨਹੀਂ ਸੀ ਜਾਂਦਾ। ਕਹਿੰਦੇ ਜਦੋਂ ਅਸੀਂ ਐਗਰੀਮੈਂਟ ਕਰਦੇ ਸੀ ਇਹ ਸਾਬੋਟਾਜ ਕਰਦੇ ਸੀ। ਹਾਂਜੀ, ਮਤਲਬ ਇਹ ਲੱਤ ਅੜਾਉਂਦੇ ਸੀ ਉਹਦੇ ਵਿੱਚ। ਹਾਂਜੀ, ਵੀ ਉਹਨਾਂ ਦਾ ਐਗਰੀਮੈਂਟ ਹੋਵੇ ਨਾ। ਹਾਂਜੀ, ਜਦੋਂ ਹੋਇਆ ਉਸ ਤੋਂ ਬਾਅਦ ਪਹਿਲਾ ਫਾਇਦਾ ਵੈਸਟਰਨ ਯੂਰਪ ਨੇ ਲਿਆ। ਜੀ, ਪਹਿਲੇ ਅਨਾਜ ਦੇ ਸ਼ਿਪ ਕਿੱਥੇ ਗਏ ਆ? ਸਾਰੇ ਹੀ ਵੈਸਟਰਨ ਯੂਰਪ ਨੂੰ ਗਏ ਆ। ਹਾਂਜੀ, ਜਿੱਦਣ ਗਏ ਆ, ਇੱਕ ਗਿਆ ਅਫਰੀਕਾ ਨੂੰ ਸ਼ਿਪ ਇਥੀਓਪੀਆ ਲਈ, ਉਹ ਉਸ ਦਿਨ ਗਿਆ ਜਿਸ ਦਿਨ ਰਸ਼ੀਅਨ ਫੋਰਨ ਮਿਨਿਸਟਰੀ ਨੇ ਪ੍ਰੈਸ ਕਾਨਫਰੰਸ ਕਰਕੇ ਸਵੇਰ ਨੂੰ ਦੱਸਿਆ ਕਿ ਦੇਖੋ ਅੱਜ ਤਾਈਂ ਜਿੰਨੇ ਵੀ ਸ਼ਿਪ ਗਏ ਆ ਅਸੀਂ ਐਗਰੀਮੈਂਟ ਤਾਂ ਕਰ ਲਿਆ। ਪਹਿਲਾਂ ਕਹਿੰਦੇ ਰਸ਼ੀਆ ਵਾਲੇ ਜਾਣ ਨਹੀਂ ਦਿੰਦੇ, ਹੁਣ ਅਸੀਂ ਜਾਣ ਦਿੰਦੇ ਆ, ਅਸੀਂ ਸਿਕਿਉਰਿਟੀ ਦਿੱਤੀ ਆ। ਜਿੰਨੇ ਵੀ ਸ਼ਿਪ ਗਏ ਆ ਵੈਸਟਰਨ ਯੂਰਪ ਨੂੰ ਗਏ ਆ। ਅਫਰੀਕਾ ਨੂੰ ਕਿੱਥੇ ਕੋਈ ਦੱਸੋ ਕਿਹੜਾ ਸ਼ਿਪ ਗਿਆ? ਹਾਂਜੀ, ਉਸੇ ਦਿਨ ਹੀ ਪਹਿਲਾਂ ਕਦੇ ਨਾਰਮਲੀ ਜਿੱਦਾਂ ਸਾਡੇ ਪ੍ਰਾਈਮ ਮਿਨਿਸਟਰ ਨੇ ਅੱਜ ਅਨਾਉਂਸ ਕਰਤਾ ਨਾ ਬਈ ਦੋ ਕੰਪਨੀਆਂ ਨੇ ਸਾਡੇ ਨਾਲ ਸਮਝੌਤਾ ਕਰ ਲਿਆ। ਇਹ ਨਵੀਂ ਗੱਲ ਆ, ਦੋ ਕੰਪਨੀਆਂ ਨੇ ਸਮਝੌਤਾ ਕਰ ਲਿਆ। ਕੱਲ ਨੂੰ ਇਹ ਵੀ ਦੱਸ ਦੇਣ ਵੀ 3 ਬੰਦੇ ਜਰਮਨੀ ਤੋਂ ਆਏ ਸੀ ਵਿਜ਼ਿਟ ਕਰਨ ਇੱਥੇ। ਮਤਲਬ ਇਹ ਕੋਈ ਖਬਰ ਦੇਣ ਵਾਲੀ ਗੱਲ। ਤਾਂ ਉੱਥੇ ਵੀ ਪਹਿਲੀ ਗੱਲ ਕਦੇ ਤੁਸੀਂ ਅੱਜ ਤਾਈਂ ਸੁਣਿਆ ਵੀ ਸ਼ਿਪ ਬਾਰੇ ਕੋਈ ਪ੍ਰੈਸ ਕਾਨਫਰੰਸ ਕਰਦੇ ਹੋਣ ਵੀ ਇਹ ਸ਼ਿਪ ਲੱਗਾ ਆ, ਇਹਨੇ ਇੱਥੇ ਨੂੰ ਜਾਣਾ ਹੈ। ਵੈਸਟਰਨ ਯੂਰਪੀਅਨ ਦੀ ਕੈਪੀਟਲ ਦੇ ਵਿੱਚੋਂ ਉਸੇ ਦਿਨ ਪ੍ਰੈਸ ਰਿਲੀਜ਼ ਹੋ ਗਈ ਕਿ ਇੱਕ ਸ਼ਿਪ ਉੱਥੇ ਪਹੁੰਚ ਚੁੱਕਾ ਹੈ ਯੂਕਰੇਨ ਦੇ ਵਿੱਚ ਜਿਹਨੇ ਇਥੀਓਪੀਆ ਨੂੰ ਫੂਡ ਲੈ ਕੇ ਜਾਣਾ। ਹਾਂਜੀ, ਇਹ ਤੁਸੀਂ ਕਦੇ ਇਹ ਤਾਂ ਨਾਰਮਲੀ ਸੁਣਦੇ ਨਹੀਂ ਕਦੇ। ਨਹੀਂ ਡਾਕਟਰ ਸਾਹਿਬ, ਪਰ ਇਸ ਨੂੰ ਤਾਂ ਕਾਫੀ ਜ਼ਿਆਦਾ ਹਾਈਲਾਈਟ ਕੀਤਾ ਗਿਆ ਸੀ।
ਇਸ ਨੂੰ ਉਹ ਡਰਦਿਆਂ ਮਾਰਿਆਂ ਨੇ, ਕਿਉਂਕਿ ਰਸ਼ੀਆ ਵਾਲਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ, ਵੈਸਟਰਨ ਯੂਰਪੀਅਨ ਜਿਹੜੇ ਜਿੰਨੇ ਵੀ ਜਰਨਲਿਸਟ ਬੈਠੇ ਸੀ, ਉਹ ਕਹਿੰਦੇ ਕਿ ਤੁਸੀਂ ਸਾਨੂੰ ਪਹਿਲਾਂ ਇੱਕ ਵੀ ਸ਼ਿਪ ਦਾ ਨਾਂ ਤਾਂ ਦੱਸੋ ਵੀ ਜਿਹੜਾ ਅਫਰੀਕਾ ਦਾ ਤੁਸੀਂ ਰੌਲਾ ਪਾਉਂਦੇ ਸੀ, ਅਫਰੀਕਾ ਦੇ ਵਿੱਚ ਭੁੱਖਮਰੀ ਆ, ਏਸ਼ੀਆ ਦੇ ਵਿੱਚ ਭੁੱਖਮਰੀ ਆ, ਕੋਈ ਸ਼ਿਪ ਗਿਆ ਇੱਥੋਂ ਅਨਾਜ ਲੈ ਕੇ ਅਫਰੀਕਾ ਜਾਂ ਏਸ਼ੀਆ ਨੂੰ? ਸਾਰੇ ਦੇ ਸਾਰੇ ਵੈਸਟਰਨ ਯੂਰਪ ਨੂੰ ਗਏ। ਹਾਂਜੀ। ਅੱਛਾ, ਉਹਨਾਂ ਬਾਰੇ ਤੁਸੀਂ ਕਿਸੇ ਨੇ ਪ੍ਰੈਸ ਕਾਨਫਰੰਸ ਕਰਕੇ ਨਹੀਂ ਦੱਸਿਆ, ਕਿਸੇ ਨੇ ਪ੍ਰੈਸ ਰਿਲੀਜ਼ ਕਰਕੇ ਨਹੀਂ ਦੱਸਿਆ ਵੀ ਜਿਹੜੇ ਸ਼ਿਪ ਗਏ ਯੂਕਰੇਨ ਤੋਂ, ਇਹ ਬਰਸਲ ਨੂੰ ਗਿਆ, ਇੰਗਲੈਂਡ ਨੂੰ ਗਿਆ ਜਾਂ ਫਰਾਂਸ ਨੂੰ ਗਿਆ, ਉਹਨਾਂ ਬਾਰੇ ਨਹੀਂ ਇਹਨੇ ਪ੍ਰੈਸ ਰਿਲੀਜ਼ ਕੀਤੀ। ਪ੍ਰੈਸ ਰਿਲੀਜ਼ ਕੀਤੀ ਤਾਂ ਇੱਕ ਸ਼ਿਪ ਜਿਹੜਾ ਰਸ਼ੀਅਨ ਫੋਰਨ ਅਫੇਅਰਸ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਭੇਜਿਆ ਇਹਨਾਂ ਨੇ, ਹਾਂਜੀ, ਜਿਹਨੇ ਇਥੀਓਪੀਆ ਨੂੰ ਫੂਡ ਲੈ ਕੇ ਜਾਣਾ ਸੀ, ਉਹਦੇ ਬਾਰੇ ਦੱਸਿਆ ਇਹਨਾਂ ਨੇ। ਉਹ ਕਹਿੰਦਾ ਜੀ ਜਿਹੜੀ ਪੋਲਿਟਿਕਸ ਬਹੁਤ ਚੀਪ ਪਲੇ ਕਰ ਰਹੇ ਇਸ ਵੇਲੇ, ਜਿਹੜੇ ਮੁਲਕ ਰੌਲਾ ਪਾਉਂਦੇ ਸੀ ਨੇ ਵੀ ਰਸ਼ੀਆ ਵਾਲੇ ਇੱਥੋਂ ਅਨਾਜ ਨਹੀਂ ਜਾਣ ਦਿੰਦੇ, ਹਾਂਜੀ, ਉਹ ਕਹਿੰਦਾ ਵੀ ਇੱਕ ਹੁਣ ਇਹਨਾਂ ਨੂੰ ਤਾਂ ਸਪੋਰਟ ਕਰਨੀ ਚਾਹੀਦੀ ਸੀ ਵੀ ਤੁਸੀਂ ਬੈਠ ਕੇ ਐਗਰੀਮੈਂਟ ਕਰੋ। ਅੱਛਾ, ਕੋਈ ਵੀ ਦੇਸ਼ ਥਰਡ ਪਾਰਟੀ ਮੀਡੀਏਸ਼ਨ ਲਈ ਤਿਆਰ ਨਹੀਂ ਹੈ, ਹਾਂਜੀ। ਹੁਣ ਯੂਕਰੇਨ ਵਾਲੇ ਰਸ਼ੀਆ ਨਹੀਂ ਜਾਂਦੇ, ਰਸ਼ੀਆ ਵਾਲੇ ਯੂਕਰੇਨ ਨਹੀਂ ਆਉਂਦੇ, ਥਰਡ ਪਾਰਟੀ ਮੀਡੀਏਸ਼ਨ ਨਾਲ ਹੀ ਚੱਲਦਾ ਸਭ ਕੁਝ, ਹਾਂਜੀ। ਥਰਡ ਪਾਰਟੀ ਮੀਡੀਏਸ਼ਨ ਚੱਲਦੀ ਹੈ ਟਰਕੀ ਦੇ ਵਿੱਚ, ਜੀ। ਕੈਨੇਡਾ ਵਾਲਿਆਂ ਨੇ ਡੋਰ ਬੰਦ ਕੀਤੀ ਆ, ਅਮਰੀਕਾ ਵਾਲਿਆਂ ਨੇ ਡੋਰ ਬੰਦ ਕੀਤੀ ਹੈ, ਵੈਸਟਰਨ ਯੂਰਪੀਅਨ ਨੇ ਡੋਰ ਬੰਦ ਕੀਤੀ ਹੋਈ ਹੈ। ਫਿਰ ਉਹਨਾਂ ਦੇ ਡਿਪਲੋਮੈਟਸ ਨੇ ਕਿਤੇ ਨਾ ਕਿਤੇ ਬੈਠ ਕੇ ਤਾਂ ਗੱਲ ਕਰਨੀ ਹੈ, ਤਾਂ ਹੀ ਤਾਂ ਐਗਰੀਮੈਂਟ ਹੋਊਗਾ, ਜੀ। ਟਰਕੀ ਵਾਲਿਆਂ ਨੇ ਉਹ ਆਪਣੀ ਜਗ੍ਹਾ ਦਿੱਤੀ ਆ ਵੀ ਤੁਸੀਂ ਲੜੀ ਜਾਂਦੇ, ਜੁਦੀ ਗੱਲ ਹੈ, ਪਰ ਫਿਰ ਵੀ ਤੁਸੀਂ ਆ ਕੇ ਬੈਠੋ। ਉਹਨਾਂ ਨੇ ਟਰਕੀ ਵਾਲਿਆਂ ਨੇ ਆਪਣੇ ਡਿਪਲੋਮੈਟਸ ਦੇ ਪ੍ਰਪੋਜ਼ਲ ਦੇ ਕੇ ਵੀ ਤੁਸੀਂ ਇੱਥੋਂ ਅਨਾਜ ਵਾਲੇ ਸ਼ਿਪ ਕਿੱਦਾਂ ਬਾਹਰ ਕੱਢਣੇ ਆ, ਉਹਦੇ ਨਾਲ ਇਹਨਾਂ ਨੇ ਐਗਰੀਮੈਂਟ ਕਰਵਾਇਆ। ਤੇ ਅੱਜ ਜਿਹੜੀ ਫੋਰਨ ਮਿਨਿਸਟਰ ਆਫ ਟਰਕੀ ਨੇ ਗੱਲ ਕੀਤੀ ਹੈ, ਉਹ ਕਹਿੰਦੇ ਵੀ ਆਹ ਜਿਹੜਾ ਐਗਰੀਮੈਂਟ ਅਸੀਂ ਕਰਾਇਆ ਨਾ, ਉਹਦੇ ਤੇ ਵੀ ਇਹ ਸੈਬੋਟੇਜ ਕਰਦੇ ਸੀ, ਉਹਦੇ ਵਿੱਚ ਲੱਤ ਅੜਾਉਂਦੇ ਸੀ, ਜੀ। ਇਹ ਹੋਣ ਨਹੀਂ ਸੀ ਦਿੰਦੇ, ਹਾਂਜੀ। ਇੱਕ ਪਾਸੇ ਰੌਲਾ ਪਾਉਂਦੇ ਅਨਾਜ ਨਹੀਂ ਆਉਂਦਾ, ਦੂਸਰੇ ਪਾਸੇ ਉਹ ਅਨਾਜ ਜਿਹੜਾ ਲਿਆਉਣ ਲਈ ਐਗਰੀਮੈਂਟ ਕਰ ਰਹੇ ਆ, ਉਹਦੇ ਵਿੱਚ ਪੰਗਾ ਪਾ ਰਹੇ ਵੀ ਹੋਵੇ ਨਾ ਇਹ, ਹਾਂਜੀ। ਤੁਸੀਂ ਦੱਸੋ, ਹਾਥੀ ਦੇ ਨਾਲ ਤਾਂ ਕਹਿੰਦੇ ਹੁੰਦੇ ਖਾਣ ਵਾਲੇ ਹੋਰ ਆ, ਜਿੱਥੇ ਖਾਣ ਵਾਲੇ ਹੋਰ ਆ, ਹਾਂਜੀ। ਤਾਂ ਇਹਨਾਂ ਦੇ ਸਿਰ ਤੇ ਵੀ ਹੋ ਰਿਹਾ, ਇਹ ਤਿੰਨ ਦੰਦ ਆ, ਜੀ। ਦੇਖੋ ਡਾਕਟਰ ਸਾਹਿਬ, ਜੇ ਆਪਾਂ ਟਰਕੀ ਨੂੰ ਦੇਖਦੇ, ਇਹ ਸ਼ੁਰੂ ਤੋਂ ਹੀ ਕਹਿੰਦੇ ਆਏ ਆ ਕਿ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਰਸ਼ੀਆ ਤੇ ਯੂਕਰੇਨ ਨੂੰ। ਇਹਨਾਂ ਨੇ ਸ਼ੁਰੂ ਤੋਂ ਹੀ ਕਿਹਾ ਕਿ ਜੇ ਤੁਸੀਂ ਸਾਡੇ ਕੋਲੇ ਆ ਕੇ ਕਰਨੀ ਹੈ ਗੱਲ, ਇੱਥੇ ਕਰ ਲਓ, ਪਰ ਅਮਨ ਸ਼ਾਂਤੀ ਦੀ ਗੱਲ ਕਰੋ, ਲੜਾਈ ਦੀ ਗੱਲ ਤੁਸੀਂ ਨਾ ਕਰੋ। ਬਾਕੀ ਵੈਸਟ ਵਾਲਿਆਂ ਦਾ ਤਾਂ ਹੈਗਾ ਹੀ, ਕਿਉਂਕਿ ਚਾਹੁੰਦੇ ਹੀ ਨਹੀਂ ਹੈਗੇ ਵੀ ਉੱਥੇ ਅਮਨ ਸ਼ਾਂਤੀ ਵਾਲਾ ਮਾਹੌਲ ਬਣੇ। ਦੇਖੋ, ਖਾਸ ਤੌਰ ਤੇ ਸਾਨੂੰ ਆਪਣੇ ਮੁਲਕ ਦੀ ਗੱਲ ਆਉਂਦੀ ਹੈ। ਕੈਨੇਡਾ ਨੇ ਇੱਕ ਕਨਸੈਪਟ ਦਿੱਤਾ ਯੂਨਾਈਟਿਡ ਨੇਸ਼ਨਜ਼ ਨੂੰ ਕਿ ਪੀਸ ਕੀਪਿੰਗ ਫੋਰਸਸ ਭੇਜਿਆ ਕਰੋ। ਇਹਨੂੰ ਕੈਨੇਡਾ ਵਾਲਿਆਂ ਨੂੰ ਮੰਨਿਆ ਜਾਂਦਾ ਸੀ ਡਿਪਲੋਮੈਟਿਕਲੀ ਕਿ ਇਹ ਪੀਸ ਦੀ ਗੱਲ ਕਰਦੇ ਆ, ਅਮਨ ਸ਼ਾਂਤੀ ਦੀ ਗੱਲ ਕਰਦੇ ਆ, ਹਾਂਜੀ। ਤੇ ਅੱਜ ਅਮਨ ਸ਼ਾਂਤੀ ਦੀ ਤੁਸੀਂ ਜਨਵਰੀ ਤੋਂ ਅੱਜ ਤਾਈਂ ਕੋਈ ਅਖਬਾਰ ਚੱਕ ਕੇ ਦੇਖ ਲਓ ਵੀ ਕਿਸੇ ਵੀ ਕੈਨੇਡੀਅਨ ਡਿਪਲੋਮੈਟਸ ਨੇ ਜਾਂ ਕਿਸੇ ਪੋਲੀਟੀਸ਼ੀਅਨ ਨੇ ਸ਼ਾਂਤੀ ਸ਼ਬਦ ਵਰਤਿਆ ਹੋਵੇ, ਜੀ। ਹਾਂ, ਪੀਪੀ ਕੱਲਾ ਲੈ ਕੇ ਤੁਰਿਆ ਫਿਰਦਾ ਨਹੀਂ। ਡਾਕਟਰ ਸਾਹਿਬ, ਇਹ ਤਾਂ ਜਿਹੜੇ ਇਹਨਾਂ ਨੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਹਦੇ ਵਿੱਚ ਤਾਂ ਇਹਨਾਂ ਨੇ ਕੀਤੀ ਹੈਗੀ ਆ ਲੜਾਈ ਝਗੜੇ ਦੀਆਂ ਗੱਲਾਂ, ਮਿਲਟਰੀ ਦੀ ਜਿਹੜੀ ਹੈਗੀ ਸਪੋਰਟ ਕਰਨ ਦੀਆਂ ਗੱਲਾਂ, ਯੂਕਰੇਨ ਨੂੰ ਇਹ ਕਿਹਾ ਕਿ ਅਸੀਂ ਬੈਕ ਤੇ ਖੜੇ, ਅਮਨ ਸ਼ਾਂਤੀ ਦੀ ਗੱਲ ਤਾਂ ਦੂਰ ਤੱਕ ਵੀ ਨਹੀਂ ਇਹਨਾਂ ਨੇ ਕਦੇ ਕੀਤੀ। ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਕਾਨੂੰਨ ਹੈ ਕਿ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਲੜ ਨਹੀਂ ਸਕਦੇ, ਹਾਂਜੀ। ਜੇ ਲੜ ਸਕਦੇ ਤਾਂ ਕੈਨੇਡੀਅਨ ਆਰਮੀ ਦਾ ਹਿੱਸਾ ਹੋਵੋ, ਜੀ। ਉਸ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਇਹਨਾਂ ਨੇ, ਹਾਂਜੀ। ਅਮਨ ਸ਼ਾਂਤੀ ਦੀ ਗੱਲ ਜੁਦੀ ਰਹੀ ਹੈ, ਜੀ। ਚਲੋ, ਅੱਜ ਦਾ ਵਿਚਾਰ ਦੱਸੋ ਤੁਸੀਂ। ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਆਪਣੇ ਜੀਵਨ 'ਚ ਕਿੰਨੇ ਵੀ ਤੁਸੀਂ ਉੱਪਰ ਕਿਉਂ ਨਾ ਉੱਠ ਜਾਓ, ਆਪਣੀ ਗਰੀਬੀ ਅਤੇ ਬੁਰਾ ਵਕਤ ਕਦੇ ਨਾ ਭੁੱਲੋ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।